मित्र प्यारे हाल मुरीदा दा कहना। गुरु नानक पद पंकज बंदन पद पंकज सिमरो अंगद दुख निकंद। गुरु अमरदास हृदय नित त्यागो हृदय नित। श्री गुरु रामदास गुण गुर अर्जन विघ्नन के नासक विघ्नन के। हर गोबिंद शुभ सुमत प्रकाश। श्री हर राय नमो कर जोरी नमो कर। श्री हर कृष्ण मनाओ बहो। गुरु तेग बहादुर परम जी परम कृपा। श्री गुरु गोबिंद सिंह तरो तरा पर पुन पुन सीसा जी पुन बंदों बार बार जगदीसा। एक ओंकारा सतगुरु तेह प्रसाद सच। वाहेगुरु जी की फतेह है विघ्न विनाशन सो। वाहेगुरु जी की फतेह है विघ्न विनाशन सोए। श्री वाहेगुरु साहिब जीओ दोहरा। जब ऐसे उन बच कहे हाथ जोड़ सिर नियाए। पै प्रसन्न तब सतगुरु लीनो चरणन लाए। वाहिगुरु जी का खालसा वाहिगुरु जी की फतेह। जुग हो जुग अटल चबर छतर तख्त के मालक साहिबे कमाल सतगुरु गुरु गरीब नवाज धन धन श्री गुरु ग्रंथ साहिब जी महाराज जी दे मुबारक चरना कवलों पास हाजरियां भर रही गुरु स्वरूप गुरु खालसा साध संगत जी। आप जी सरबत गुरसिख संगतां संध्या दे दीवाना विच हाजरियां भर के गुरबाणी दे अमृत रूप कीर्तन आप जी ने सरवण कीते हन। उपरंत लड़ीवार गुर इतिहास की कथा विचार सरवण करन वास्ते गुरु प्रेम अंदर आप जी भिज बैठे हो। महाराज कलगीधर दशमेश पिता गुरु गोबिंद सिंह साहिब सच्चे पातशाह जी आप जी दे चरणों विच महंत जैत राम बेनती करदा है कि माधो दास इहो जिहा बैरागी साधु जो संतां महापुरुषां दी बेअदबी करदा है उहदे डेरे ना जाओ। सतगुरु कहन लगे महंत जी तुसीं हार के आ गए हो पर असीं जरूर जावांगे। अपना सेवक नाल भेज दिओ ताकि उन्होंने भी पता लगे कि गुरु नानक साहिब सच्चे पातशाह के घर की कला कितनी कुछ वड्डी है। गुरु गोबिंद सिंह जी महाराज
ਸ੍ਰੀ ਨੰਦੇੜ ਸਾਹਿਬ ਦੀ ਧਰਤੀ ਤੇ ਪਹੁੰਚੇ ਨੇ। ਨੰਦੇੜ ਪਹੁੰਚ ਕੇ ਸਤਿਗੁਰੂ ਗੋਦਾਵਰੀ ਦੇ ਕੰਢੇ ਮਾਧੋ ਦਾਸ ਦੇ ਡੇਰੇ ਵਿੱਚ ਚਲੇ ਗਏ। ਬੜਾ ਸੋਹਣਾ ਉਹਨੇ ਪਲੰਘ ਵਿਛਾਇਆ ਸੀ ਤੇ ਪਲੰਘ ਤੇ ਮਹਾਰਾਜ ਬਿਰਾਜਮਾਨ ਹੋ ਗਏ। ਸਿੰਘਾਂ ਨੇ ਉਹਦੇ ਡੇਰੇ ਦੇ ਬੱਕਰੇ ਝਟਕਾ ਦਿੱਤੇ। ਚੇਲੇ ਦੌੜ ਕੇ ਗਏ, ਸੰਤ ਜੀ ਤੁਸੀਂ ਇੱਥੇ ਬੈਠੇ, ਤੁਹਾਡਾ ਡੇਰਾ ਅਪਵਿੱਤਰ ਹੋ ਗਿਆ। ਇੱਥੇ ਸਿੰਘਾਂ ਨੇ ਆ ਕੇ ਲਹੂ ਬਹਾ ਦਿੱਤਾ, ਡੇਰੇ ਦੀ ਅਪਵਿੱਤਰਤਾ ਹੋ ਗਈ ਤੇ ਕੋਈ ਸੰਤ ਆ ਕੇ ਤੁਹਾਡੇ ਪਲੰਘ ਤੇ ਬਹਿ ਗਿਆ। ਮਾਧੋ ਦਾਸ ਗੁੱਸੇ ਨਾਲ ਭਰਿਆ ਆਪਣੇ ਡੇਰੇ ਵੱਲ ਆਇਆ, ਕਿਤੇ ਬਾਹਰ ਗਿਆ ਸੀ। ਉਹਨੇ 52 ਵੀਰ ਭੇਜੇ, ਬੜੀਆਂ ਤਾਕਤਾਂ ਲਾਈਆਂ। ਜਦੋਂ ਪਲੰਘ ਉਲਟਾਉਣ ਲੱਗੇ ਨਾ, ਮਹਾਰਾਜ ਕਲਗੀਧਰ ਜੀ ਨੇ ਤੀਰ ਜਿਹੜਾ ਸੀ ਪਲੰਘ ਦੇ ਪਾਵੇ ਦੇ ਨਾਲ ਉਸ ਪਲੰਘ ਨੂੰ ਦੱਬਿਆ। ਜਿਹੜਾ ਤੀਰ ਸੀ ਉਹ ਪਲੰਘ ਦੇ ਪਾਵੇ ਤੇ ਰੱਖ ਕੇ ਉਹਨੂੰ ਦੱਬ ਦਿੱਤਾ। ਪਲੰਘ ਉਲਟਾਉਣਾ ਤਾਂ ਦੂਰ ਦੀ ਗੱਲ, ਹਿਲਾ ਤੱਕ ਨਹੀਂ ਸਕੇ। 52 ਵੀਰਾਂ ਨੂੰ ਮਾਧੋ ਦਾਸ ਕਹਿਣ ਲੱਗਾ, ਇਹਦੀ ਜਾਨ ਕੱਢ ਦਿਓ, ਇਹਨੂੰ ਨਾਸ਼ ਕਰ ਦਿਓ। ਕੀ ਹੋ ਗਿਆ ਅੱਜ ਤੁਹਾਨੂੰ? ਉਹ ਕਹਿੰਦੇ ਅਸਾਂ ਕੁਝ ਨਹੀਂ ਕਰ ਸਕਦੇ, ਜਦੋਂ ਇਹਨਾਂ ਦੇ ਕੋਲ ਜਾਂਦੇ ਆ ਨਾ ਸਾਨੂੰ ਦੁੱਗਣਾ ਦੁੱਖ ਮਿਲਦਾ ਹੈ। ਉਹਨੇ ਸਿੰਘਾਂ ਤੇ ਵੀਰ ਭੇਜ ਦਿੱਤੇ ਵੀ ਜਿਹੜੇ ਸਿੰਘ ਨੇ ਨਾਲ ਉਹਨਾਂ ਤੇ ਜਾ ਕੇ ਹਮਲਾ ਕਰ ਦਿਓ। ਪਰ ਸਿੰਘਾਂ ਤੇ ਵੀ ਵੀਰਾਂ ਦਾ ਵਸ ਨਾ ਚੱਲਿਆ। ਮਾਧੋ ਦਾਸ ਨੂੰ ਸਮਝ ਪੈ ਗਈ ਵੀ ਜਿਹਦੇ ਸਿੱਖਾਂ ਤੇ ਮੇਰਾ ਵਸ ਨਹੀਂ ਚੱਲਿਆ, ਉਸ ਗੁਰੂ ਤੇ ਮੇਰਾ ਵਸ ਕਿਵੇਂ ਚੱਲ ਸਕਦਾ। ਇਸ ਪ੍ਰਕਾਰ ਸਤਿਗੁਰਾਂ ਦੇ ਚਰਨੀ ਢਹਿ ਪਿਆ। ਮਹਾਰਾਜ ਕਲਗੀਧਰ ਜੀ ਕਹਿੰਦੇ ਤੇਰਾ ਪੰਥ ਕੀ, ਤੇਰਾ ਗੁਰੂ ਕੌਣ ਹੈ, ਤੂੰ ਕਿਉਂ ਮਸ਼ਕਰੀ ਕਰਦਾ? ਮਹਾਂਪੁਰਸ਼ਾਂ ਦੇ ਨਾਲ, ਸੰਤਾਂ ਦੇ ਨਾਲ। ਜਿਹੜਾ ਮਹਾਂਪੁਰਸ਼ਾਂ ਨਾਲ ਮਸ਼ਕਰੀ ਕਰਦਾ ਉਹਨੂੰ ਖੁਆਰ ਹੋਣਾ ਪੈਂਦਾ। ਉਹਨੇ ਬੇਨਤੀ ਕੀਤੀ, ਮਹਾਰਾਜ ਮੈਂ ਤੁਹਾਡਾ ਬੰਦਾ ਹਾਂ, ਤੁਹਾਡਾ ਸੇਵਕ ਹਾਂ, ਮੈਨੂੰ ਮਾਫ ਕਰ ਦਿਓ, ਪਰ ਮੇਰਾ ਡੇਰਾ ਅਪਵਿੱਤਰ ਹੋ ਗਿਆ। ਕਲਗੀਧਰ ਜੀ ਕਹਿੰਦੇ ਜੇ ਤੇਰਾ ਜਾਨਵਰਾਂ ਦੇ ਖੂਨ ਡੁੱਲਣ ਨਾਲ ਡੇਰਾ ਪਵਿੱਤਰ ਹੋ ਗਿਆ, ਸਾਰੇ ਹਿੰਦੁਸਤਾਨ ਦੀ ਧਰਤੀ ਤੇ ਮਜ਼ਲੂਮਾਂ ਦਾ ਲਹੂ ਡੁੱਲ ਰਿਹਾ ਹੈ, ਉਹ ਧਰਤੀ ਅਪਵਿੱਤਰ ਨਹੀਂ ਹੋ ਰਹੀ। ਤੈਨੂੰ ਆਪਣੇ ਡੇਰੇ ਦਾ ਖਤਰਾ ਤਾਂ ਪੈ ਗਿਆ, ਪਰ ਹਿੰਦੁਸਤਾਨ ਜਿਹਦੇ ਜ਼ਰੇ ਜ਼ਰੇ ਵਿੱਚ ਮਜ਼ਲੂਮ ਦਾ ਲਹੂ ਡੋਲਿਆ ਜਾ ਰਿਹਾ, ਉਹਨਾਂ ਦਾ ਫਿਕਰ ਨਹੀਂ ਤੈਨੂੰ। ਇਸ ਤਰ੍ਹਾਂ ਮਹਾਰਾਜ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਪਦੇਸ਼ ਦਿੱਤਾ। ਆਓ ਅਗਲਾ ਪ੍ਰਕਰਨ ਸਰਵਣ ਕਰੀਏ। ਮਨ ਬਿਰਤੀਆਂ ਇਕਾਗਰ ਕਰਨ ਵਾਸਤੇ ਸਰਬੱਤ ਸੰਗਤਾਂ ਜਪਣਾ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਜਬ ਐਸੇ ਉਨ ਬਚ ਕਹੇ, ਹਾਥ ਜੋੜ ਸਿਰ ਲਿਆਏ। ਦੋਨੇ ਹੱਥ ਜੋੜ ਕੇ ਸੀਸ ਨਵਾ ਕੇ ਮਾਧੋ ਦਾਸ ਬੈਰਾਗੀ ਬੇਨਤੀ ਕਰਦਾ ਹੈ, ਮਹਾਰਾਜ ਮੈਂ ਤੁਹਾਡਾ ਦਾਸ, ਤੁਹਾਡਾ ਸੇਵਕ ਹਾਂ, ਜੋ ਤੁਸੀਂ ਹੁਕਮ ਕਰੋਗੇ ਮੈਂ ਮੰਨਾਂਗਾ। ਅੱਜ ਤੋਂ ਬਾਅਦ ਉਹ ਗਲਤੀਆਂ ਨਹੀਂ ਕਰਾਂਗਾ ਜਿਹੜੀਆਂ ਹੁਣ ਤੱਕ ਕਰਦਾ ਆਇਆ ਹਾਂ। ਇਸ ਤਰ੍ਹਾਂ ਹੱਥ ਜੋੜ ਕੇ ਸਾਹਿਬ ਜੀ ਦੇ ਚਰਨਾਂ ਕਮਲਾਂ ਪਾਸ ਬੇਨਤੀ ਕੀਤੀ ਹੈ। ਭਏ ਪ੍ਰਸੰਨ ਤਬ ਸਤਿਗੁਰੂ, ਲੀਨੋ ਚਰਨਨ ਲਾਏ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਬੜੇ ਪ੍ਰਸੰਨ ਹੋ ਗਏ ਤੇ ਮਾਧੋ ਦਾਸ ਬੈਰਾਗੀ ਨੂੰ ਆਪਣੇ ਚਰਨਾਂ ਨਾਲ ਲਾਇਆ ਹੈ। ਜੋ ਪਏ ਸਤਿਗੁਰ ਕਹੇ, ਸਿੱਖ ਬਣਨੋ ਔਖਾ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਮਾਧੋ ਦਾਸ ਨੂੰ ਕਹਿਣ ਲੱਗੇ, ਮਾਧੋ ਦਾਸ ਸਿੱਖ ਬਣਨਾ ਬੜਾ ਔਖਾ ਹੈ। ਤੂੰ ਚਾਹੁੰਦਾ ਵੀ ਸਾਡਾ ਸਿੱਖ ਬਣਨਾ, ਪਰ ਸਿੱਖ ਬਣਨਾ ਬੜੀ ਕਠਿਨ ਬਾਤ ਹੈ। ਮਨ ਤਨ ਧਨ ਰੱਖ ਹੋਏ ਨਾ ਤੋਖਾ। ਜੇ ਸਿੱਖ ਬਣਨਾ ਹੋਵੇ, ਆਪਣਾ ਮਨ ਤਨ ਤੇ ਧਨ ਗੁਰੂ ਦੇ ਚਰਨਾਂ ਵਿੱਚ ਰੱਖ ਕੇ ਸਿੱਖ ਨੂੰ ਸ਼ੰਸਾ ਨਹੀਂ ਹੋਣਾ ਚਾਹੀਦਾ। ਜਦੋਂ ਮਨ ਤਨ ਗੁਰੂ ਦੇ ਚਰਨਾਂ ਵਿੱਚ ਸੌਂਪ ਦਿੱਤਾ, ਫਿਰ ਸ਼ੰਕਾ ਨਾ ਹੋਵੇ ਤੇ ਇਹੋ ਜਿਹੀ ਭਾਵਨਾ ਹੋਵੇ ਕਿ ਮੇਰਾ ਮਨ ਤਨ ਤੇ ਧਨ ਸਭ ਕੁਝ ਗੁਰੂ ਦਾ ਹੈ, ਉਹਦੇ ਤੇ ਆਪਣਾ ਹੱਕ ਨਹੀਂ ਜਮਾਉਣਾ।
ਇਸ ਪ੍ਰਕਾਰ ਜਿਹੜੀ ਸਿੱਖੀ ਹੈ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਗੁਰੂ ਦਾ ਹੁਕਮ ਮੰਨ ਕੇ ਆਪਣਾ ਮਨ ਤਨ ਤੇ ਧਨ ਸਭ ਕੁਝ ਗੁਰੂ ਨੂੰ ਸੌਂਪ ਕੇ ਫਿਰ ਸਿੱਖੀ ਦੀ ਪ੍ਰਾਪਤੀ ਹੁੰਦੀ ਹੈ। ਸਿੱਖ ਬਨੇ ਜਬ ਹੋ ਖੋਏ ਭਰਮ। ਸਿੱਖ ਉਦੋਂ ਬਣਦਾ ਹੈ ਜਦੋਂ ਕੋਈ ਆਪਣੇ ਮਨ ਦੇ ਭਰਮ ਦੂਰ ਕਰ ਦਿੰਦਾ ਹੈ। ਜੇ ਮਨ ਭਰਮ ਦੇ ਵਿੱਚ ਪਿਆ ਰਿਹਾ ਫਿਰ ਸਿੱਖ ਨਹੀਂ ਬਣਿਆ ਜਾ ਸਕਦਾ। ਫਿਰ ਦੋਹੇ ਬੇੜੀਆਂ ਤੇ ਪੈਰ ਹੁੰਦਾ ਵੀ ਕੀ ਕਰਾਂ ਤੇ ਕੀ ਨਾ ਕਰਾਂ। ਜਦੋਂ ਭਰਮ ਮੁੱਕ ਜਾਏ, ਕੇਵਲ ਗੁਰੂ ਦਾ ਭਰੋਸਾ ਮਨ ਦੇ ਵਿੱਚ ਰਹਿ ਜਾਏ, ਮੇਰਾ ਸਤਿਗੁਰ ਰਖਵਾਲਾ ਹੋਆ, ਕਿ ਮੇਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਮੇਰਾ ਰਖਵਾਲਾ ਹੈ, ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਮੇਰੇ ਰਖਵਾਲੇ ਨੇ। ਇਹੋ ਜਿਹਾ ਜਦੋਂ ਭਰੋਸਾ ਸਿੱਖ ਦਾ ਬਣ ਜਾਏ ਤੇ ਮਨ ਦੇ ਭਰਮ ਦੂਰ ਹੋ ਜਾਣ, ਫਿਰ ਸਿੱਖੀ ਧਾਰਨ ਹੋ ਸਕਦੀ ਹੈ। ਸਿੱਖ ਬਣਨ ਕੈ ਕਠਨ ਸੋ ਕਰਮ। ਹੇ ਮਾਧੋ ਦਾਸ, ਸਿੱਖ ਬਣਨਾ ਬੜਾ ਕਠਨ ਹੈ, ਪਰ ਸਿੱਖੀ ਦੇ ਕਰਮ ਵੀ ਬੜੇ ਕਠਨ ਨੇ। ਸਿੱਖੀ ਦੀ ਮਰਿਆਦਾ ਵੀ ਬੜੀ ਕਠਨ ਹੈ। ਸਿੱਖ ਹੋਏ ਜੋ ਆਪਾ ਕੋਵੈ। ਜਿਹੜੀ ਮਰਿਆਦਾ ਗੁਰੂ ਸਾਹਿਬ ਨੇ ਦਿੱਤੀ ਸਾਨੂੰ, ਹੁਣ ਭਾਵਾਂ ਕਿ ਆਪਾਂ ਕਹਿ ਤਾਂ ਦਿੰਦੇ ਹਾਂ ਵੀ ਸੌਖੀ ਹੈ, ਪਰ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਖਸ਼ਿਸ਼ ਕੀਤੀ ਜਿਹੜੀ ਮਰਿਆਦਾ ਹੈ ਨਾ, ਇਹ ਮਰਿਆਦਾ ਕਮਾਉਣੀ ਬੜੀ ਕਠਨ ਹੈ, ਕਹਿਣੀ ਸੌਖੀ ਹੈ। ਹੁਣ ਕਈ ਵਾਰੀ ਤਾਂ ਕਿਰਪਾਨ ਸਾਨੂੰ ਵੱਡੀ ਲੱਗਣ ਲੱਗ ਪੈਂਦੀ ਵੀ ਥੋੜ੍ਹੀ ਜਿਹੀ ਹੋਰ ਛੋਟੀ ਕਰ ਲਈ ਹੈ। 2 ਵਾਰੀ ਕੰਘਾ ਕਰਨ ਦਾ ਹੁਕਮ ਮਹਾਰਾਜ ਦਾ ਹੋਇਆ, ਅੰਮ੍ਰਿਤ ਵੇਲੇ ਠੰਡੇ ਜਲ ਦੇ ਨਾਲ ਇਸ਼ਨਾਨ ਕਰਨ ਦਾ ਹੁਕਮ ਹੋਇਆ ਮਹਾਰਾਜ ਦਾ, ਪਰ ਅਸੀਂ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹਨੂੰ ਪ੍ਰਵਾਨ ਨਹੀਂ ਕਰ ਸਕੇ। ਕਿਤੇ ਨਾ ਕਿਤੇ ਅਸੀਂ ਇਹ ਚਾਹੁੰਦੇ ਹਾਂ ਵੀ ਸਾਡੇ ਕੋਲ ਮਾਡਰਨ ਸਿੱਖੀ ਹੋਵੇ, ਵੀ ਨਾਲੇ ਇੱਕ ਪਾਸੇ ਪਾਠ ਵੀ ਕਰ ਲਈਏ, ਉਹ ਵੀ ਕਰੀਏ ਫੋਨ ਤੋਂ। ਮਾਡਰਨ ਸਿੱਖੀ ਇੱਦਾਂ ਦੀ ਹੈ ਨਾ, ਮਹਾਰਾਜ ਸਤਿਗੁਰਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਬਣਾਇਆ, ਬਾਣੀ ਰਚੀ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਕੀਤਾ, ਤੇ ਸਿੰਘ ਸਾਹਿਬ ਭਾਈ ਮਨੀ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਵਿੱਚੋਂ ਬਾਣੀਆਂ ਕੱਢ ਕੇ ਪੋਥੀਆਂ ਬਣਾਈਆਂ। 5 ਗ੍ਰੰਥੀ ਬਣਾਈ, ਭਗਤ ਬਾਣੀ 22 12, ਤੇ ਜਿਨ੍ਹਾਂ ਗੁਟਕਾ ਸਾਹਿਬ ਤੇ ਆਪਾਂ ਨਿਤਨੇਮ ਕਰਦੇ ਆ ਨਾ, ਇਹ ਸਾਰੀ ਦੇਣ ਭਾਈ ਮਨੀ ਸਿੰਘ ਦੀ ਹੈ। ਜਦੋਂ ਪੰਥ ਨੂੰ ਪਤਾ ਲੱਗਿਆ ਕਥਾ ਵੀ ਆਵੇਗੀ ਅੱਗੇ, ਭਾਈ ਜੀ ਤੁਸੀਂ ਬਾਣੀ ਜੁਦਾ ਜੁਦਾ ਕਰ ਦਿੱਤੀ, ਇਹਦਾ ਮਤਲਬ ਵੀ ਤੁਸੀਂ ਬਾਣੀ ਗੁਰੂ ਗ੍ਰੰਥ ਸਾਹਿਬ ਚੋਂ ਕੱਢ ਕੇ ਨਾ ਪੋਥੀਆਂ ਬਣਾ ਦਿੱਤੀਆਂ, ਤੇ ਤੁਹਾਡੇ ਵੀ ਬੰਦ ਕੱਟੇ ਜਾਣਗੇ। ਗੁਰਬਾਣੀ ਦੀਆਂ ਪੋਥੀਆਂ ਬਣਾਉਣ ਵਾਸਤੇ, ਤਿਆਰ ਕਰਨ ਵਾਸਤੇ ਭਾਈ ਮਨੀ ਸਿੰਘ ਜੀ ਨੇ ਬੰਦ ਕਟਵਾਇਆ ਸੀ ਆਪਣਾ, ਉਹਨਾਂ ਨੇ ਐਡੀ ਵੱਡੀ ਕੀਮਤ ਦਿੱਤੀ ਉਹਦੀ। ਤੇ ਅਸੀਂ ਕੀ ਕੀਤਾ ਵੀ ਅਸੀਂ ਸਭ ਕੁਝ ਛੱਡ ਕੇ ਫੋਨਾਂ ਤੇ ਆ ਗਏ। ਸੁੱਖ ਭਾਲਦੇ ਆ ਨਾ ਵੀ ਅੰਮ੍ਰਿਤ ਵੀ ਨਾ ਛਕਣਾ ਪਏ ਤੇ ਸਿੱਖ ਵੀ ਬਣੇ ਰਹੀਏ, ਨਿਤਨੇਮ ਵੀ ਨਾ ਕਰਨਾ ਪਏ ਤੇ ਅੰਮ੍ਰਿਤ ਛਕ ਕੇ ਸਿੱਖ ਬਣੇ ਰਹੀਏ। ਅਸੀਂ ਇੱਦਾਂ ਦੀ ਭਾਵਨਾ ਜਿਹੜੀ ਉਹ ਸਾਡੇ ਮਨ ਦੇ ਵਿੱਚ ਆ ਗਈ ਵੀ ਜਿਹੜੇ ਸਿੱਖੀ ਦੇ ਅਸੂਲ ਨੇ ਉਹ ਕਮਾਣ ਤੋਂ ਅਸੀਂ ਮੁਨਕਰ ਹੋ ਗਏ, ਪਰ ਦਾਅਵਾ ਕੀਤਾ ਵੀ ਅਸਾਂ ਸਿੱਖ ਹਾਂ। ਅਸੂਲ ਵੀ ਨਾ ਮੰਨਿਆ ਸਿੱਖੀ ਦਾ, ਤੇ ਸਿੱਖ ਹੋਣ ਦਾ ਦਾਅਵਾ ਵੀ ਕਰਦੇ ਰਹੇ। ਇਸ ਕਰਕੇ ਭਾਈ ਖੰਨਿਓ ਤਿੱਖੀ ਵੱਲ ਉਹ ਨਿੱਕੀ ਏਤ ਮਾਰਗ ਜਾਣਾ। ਖੰਡੇ ਦੀ ਧਾਰ ਦੇ ਨਾਲੋਂ ਤਿੱਖੀ ਤੇ ਵਾਲ ਦੇ ਨਾਲੋਂ ਬਰੀਕ ਹੈ, ਵਾਲ ਦੇ ਨਾਲੋਂ ਨਿੱਕੀ ਹੈ ਗੁਰੂ ਕੀ ਸਿੱਖੀ, ਇਹ ਕਮਾਉਣੀ ਬੜੀ ਕਠਨ ਹੈ। ਖੰਨਿਓ ਤਿੱਖੀ ਬਹੁਤ ਪਈਣੀ। ਬਾਬਾ ਫਰੀਦ ਸਾਹਿਬ ਕਹਿੰਦੇ ਖੰਡੇ ਨਾਲੋਂ ਵੀ ਜ਼ਿਆਦਾ ਤਿੱਖੀ ਹੈ ਭਾਈ ਸਿੱਖੀ। ਸਿੱਖੀ ਦੇ ਕਰਮ ਕਮਾਉਣੇ, ਅੰਮ੍ਰਿਤ ਵੇਲੇ ਉੱਠਣਾ, ਬਾਣੀ ਪੜ੍ਹਨੀ, ਨਿਤਨੇਮ ਕਰਨਾ, ਸਿਮਰਨ ਕਰਨਾ, ਸਤ ਸੰਗਤ ਕਰਨੀ, ਸੇਵਾ ਕਰਨੀ, ਇਹ ਕਰਮ ਕਰਨੇ ਬਹੁਤ ਜ਼ਿਆਦਾ ਕਠਨ ਹਨ। ਸੋ ਇਸ ਕਰਕੇ ਭਾਈ ਸਿੱਖ ਬਣਨ ਕੈ ਕਠਨ ਸੋ ਕਰਮ। ਸਿੱਖ ਬਣਨਾ ਜਿਹੜਾ ਬੜਾ ਕਠਨ ਕਰਮ ਹੈ, ਪਰ ਸਾਡੇ ਵਰਗੇ ਅੱਜ ਦੇ ਸਿੱਖ ਮਾਡਰਨ ਸਿੱਖੀ ਭਾਲਦੇ ਹਨ। ਜਿਵੇਂ ਅੱਜ ਕੱਲ੍ਹ ਆਮ ਤੌਰ 'ਤੇ ਕਹਿ ਦਿੱਤਾ ਜਾਂਦਾ ਅੰਮ੍ਰਿਤ ਛਕਣ ਦੀ ਕੀ ਲੋੜ ਹੈ, ਨਿਤਨੇਮ ਕਰਨ ਦੀ ਕੀ ਲੋੜ ਹੈ, ਗੁਰਦੁਆਰੇ ਜਾਣ ਦੀ ਕੀ ਲੋੜ ਹੈ, ਸਰੋਵਰਾਂ 'ਚ ਜਾ ਕੇ 5 ਤਖ਼ਤਾਂ 'ਤੇ ਜਾ ਕੇ ਦਰਸ਼ਨ ਕਰਨ ਦੀ, ਇਸ਼ਨਾਨ ਕਰਨ ਦੀ ਕੀ ਲੋੜ ਹੈ। ਇਹੀ ਕਿਹਾ ਜਾਂਦਾ ਨਾ। ਬਾਜੀ ਕੁਦਰਤ ਦਾ ਨਿਯਮ ਮੰਨੋ ਤੁਸੀਂ, ਵੀ ਕੁਦਰਤ ਦੇ ਨਿਯਮ ਦੇ ਵਿੱਚ ਰਹੋ, ਵੀ ਆਹੀ ਸਿੱਖੀ ਹੈ। ਕਿਉਂ ਅਸੀਂ ਮਾਡਰਨ ਹੋ ਗਏ,
ਤੇ ਮਾਡਰਨ ਹੋ ਕਰਕੇ ਅਸੀਂ ਸਿੱਖੀ ਦੀ ਮਰਿਆਦਾ ਤਿਆਗ ਦਿੱਤੀ। ਇਸ ਕਰਕੇ ਭਾਈ ਸਿੱਖ ਬਣਨਾ ਬੜਾ ਕਰਮ ਕਠਨ ਹੈ। ਮੇਟ ਕੁਲੈ ਨਿਜ ਗੁਰ ਕੁਲ ਹੋਵੈ। ਸਿੱਖ ਹੋਏ ਜੋ ਆਪਾ ਖੋਵੈ। ਸਿੱਖ ਕੌਣ ਹੈ? ਸਿੱਖ ਉਹ ਹੈ ਜਿਹੜਾ ਆਪਣਾ ਆਪ ਗਵਾ ਦੇ। ਮਹਾਰਾਜ ਨੇ ਸਾਨੂੰ ਸਿੱਖ ਸ਼ਬਦ ਬਖਸ਼ਿਆ। ਸਿੱਖ ਦਾ ਆਖਰੀ ਅਰਥ ਹੁੰਦਾ ਵਿਦਿਆਰਥੀ, ਸਟੂਡੈਂਟ, ਵੀ ਜਿਹੜਾ ਸਿੱਖਣ ਵਾਲਾ ਹੋਵੇ, ਗੁਰੂ ਦੀ ਸਿੱਖਿਆ, ਗੁਰੂ ਦੇ ਉਪਦੇਸ਼ ਨੂੰ ਸਾਰੀ ਉਮਰ ਸਿੱਖਦਾ ਰਹੇ, ਉਹਨੂੰ ਸਿੱਖ ਕਹਿੰਦੇ ਨੇ। ਤੇ ਹੁਣ ਸਿੱਖੇਗਾ ਉਹ ਜਿਹੜਾ ਆਪਣਾ ਆਪ ਗਵਾਏਗਾ। ਭਾਵ ਜਿਹਨੇ ਆਪਣੀ ਹਉਮੈ, ਆਪਣੀ ਈਗੋ ਛੱਡ ਦਿੱਤੀ ਹੈ, ਸਿੱਖਣ ਦੀ ਭਾਵਨਾ ਤਾਂ ਉਹ ਰੱਖੇਗਾ ਨਾ। ਜਿਹੜਾ ਆਪਣੀ ਹਉਮੈ ਨਹੀਂ ਛੱਡ ਸਕਿਆ, ਉਹ ਸਿੱਖਣ ਦੀ ਭਾਵਨਾ ਕਿੱਥੋਂ ਰੱਖੇਗਾ? ਇਸ ਕਰਕੇ ਸਿੱਖ ਉਹ ਹੋ ਸਕਦਾ ਜਿਹੜਾ ਆਪਣਾ ਆਪ ਗਵਾ ਦੇਵੇ। ਜਿਮ ਕਰ ਕੀਟ ਨਿਜ ਕੁਲੈ ਤਿਆਗੇ। ਮੇਟ ਕੁਲੈ ਨਿਜ ਗੁਰ ਕੁਲ ਹੋਵੈ। ਜਿਹੜਾ ਆਪਣੀ ਕੁਲ ਨੂੰ ਮੇਟ ਲਏ, ਵੀ ਮੇਰੀ ਕੋਈ ਕੁਲ ਨਹੀਂ, ਮੇਰੀ ਕੁਲ ਕਿਹੜੀ? ਗੁਰੂ ਦੀ ਕੁਲ। ਅੰਮ੍ਰਿਤ ਪਾਨ ਕਰਾ ਕੇ ਇਹ ਨਾਮ ਦਿੱਤਾ ਜਾਂਦਾ, ਅੱਜ ਤੋਂ ਬਾਅਦ ਤੁਹਾਡਾ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਮਾਤਾ ਸਾਹਿਬ ਕੌਰ ਜੀ, ਨਗਰ ਤੁਹਾਡਾ ਆਨੰਦਪੁਰ ਸਾਹਿਬ ਹੈ। ਇਹ ਉਪਦੇਸ਼ ਦਿੱਤਾ ਜਾਂਦਾ ਨਾ, ਪਿੰਡ ਤੁਹਾਡਾ ਉਹ ਹੈ। ਹੁਣ ਅੱਜ ਤੋਂ ਬਾਅਦ ਗੁਰੂ ਕੇ ਸਿੱਖ ਬਣ ਗਏ। ਨਾ ਮੇਰੀ ਕੋਈ ਜਾਤ ਰਹੀ, ਨਾ ਮੇਰੀ ਕੋਈ ਗੋਤ ਰਹੀ। ਜੇ ਕਈ ਵਾਰੀ ਕਿਸੇ ਨੂੰ ਕਹਿ ਦਈਏ ਤੇ ਲੋਕ ਗੁੱਸਾ ਬੜਾ ਕਰ ਲੈਂਦੇ ਨੇ, ਵੀ ਤੁਸੀਂ ਕਿਉਂ ਕਹਿੰਦੇ ਹੋ ਵੀ ਸਾਡੀ ਜਾਤ ਗੋਤ ਵੀ ਤੁਸੀਂ ਨਾਂ ਦੇ ਨਾਲ ਨਹੀਂ ਲਾਉਣੀ। ਮੁਬਾਰਕ ਹੈ ਭਾਈ, ਤੁਸੀਂ ਲਾਉਣੀ ਤੁਸੀਂ ਲਾਓ, ਪਰ ਸਿੱਖੀ ਦੀ ਮਰਿਆਦਾ ਹੈ ਨਹੀਂ। ਸਿੱਖੀ ਦੀ ਮਰਿਆਦਾ ਕੀ ਹੈ? ਗੁਰੂ ਦੀ ਕੁਲ ਨੂੰ ਆਪਣੀ ਕੁਲ ਜਾਣਨਾ। ਹੁਣ ਮਹਾਰਾਜ ਨੇ ਸਾਨੂੰ ਕੀ ਨਾਮ ਦਿੱਤਾ? ਸਿੰਘ। ਜਾਤ ਗੋਤ ਜਿਹੜੀ ਹੈ ਉਹ ਮਾਪਿਆਂ ਦੇ ਘਰ ਵਿੱਚ ਪੈਦਾ ਹੋਏ ਤੇ ਲੱਗ ਗਈ, ਪਰ ਗੁਰੂ ਸਾਹਿਬ ਦੇ ਘਰ ਦੇ ਵਿੱਚ ਸਤਿਗੁਰ ਕੈ ਜਨਮੈ ਗਵਨ ਮਿਟਾਇਆ। ਜਦੋਂ ਗੁਰੂ ਘਰ ਦੇ ਵਿੱਚ ਜਨਮ ਹੋਇਆ ਅੰਮ੍ਰਿਤਪਾਨ ਕਰਕੇ, ਫਿਰ ਮਹਾਰਾਜ ਨੇ ਸਾਡੀ ਜਾਤ ਗੋਤ ਕੀ ਬਣਾ ਦਿੱਤੀ? ਸਿੰਘ। ਵੀ ਤੁਸੀਂ ਅੱਜ ਤੋਂ ਬਾਅਦ ਖਾਲਸੇ ਹੋ, ਤੁਸੀਂ ਗੁਰੂ ਕੇ ਸਿੱਖ ਹੋ। ਇਸ ਕਰਕੇ ਭਾਈ ਜਿਹੜਾ ਆਪਣੀ ਕੁਲ ਨੂੰ ਮੇਟ ਕੇ ਗੁਰੂ ਦੀ ਕੁਲ ਨੂੰ ਆਪਣੀ ਕੁਲ ਜਾਣਦਾ, ਉਹ ਗੁਰੂ ਕਾ ਸਿੱਖ ਹੈ। ਜਿਮ ਕਰ ਕੀਟ ਨਿਜ ਕੁਲੈ ਤਿਆਗੇ। ਇੱਕ ਭਰੰਗੀ ਕੀੜਾ ਹੁੰਦਾ ਹੈ, ਉਹ ਦੂਸਰੇ ਕੀੜੇ ਦੇ ਕੰਨ ਦੇ ਵਿੱਚ ਨਾ ਆਪਣੀ ਆਵਾਜ਼ ਸੁਣਾਉਂਦਾ। ਜਦੋਂ ਉਹਨੂੰ ਆਵਾਜ਼ ਸੁਣਾਉਂਦਾ ਤੇ ਦੂਜੇ ਕੀੜੇ ਨੂੰ ਵੀ ਆਪਣੇ ਵਰਗਾ ਬਣਾ ਲੈਂਦਾ ਹੈ। ਜਿਵੇਂ ਭਰਿੰਗੀ ਕੀੜਾ ਦੂਜੇ ਕੀੜੇ ਨੂੰ ਆਪਣੇ ਵਰਗਾ ਬਣਾ ਲੈਂਦਾ, ਤੇ ਜਿਹਦੇ ਕੰਨਾਂ ਵਿੱਚ ਆਪਣੀ ਆਵਾਜ਼ ਸੁਣਾਉਂਦਾ ਨਾ, ਉਹ ਜਿਹੜਾ ਕੀੜਾ ਵੀ ਕਹਿੰਦੇ ਆਪਣੀ ਕੁਲ ਤਿਆਗ ਕੇ ਭਰਿੰਗੀ ਬਣ ਜਾਂਦਾ ਹੈ। ਭਰਿੰਗੇ ਉਸ ਕੁਲ ਲਾਗੇ। ਤੇ ਉਹ ਕੀੜਾ ਵੀ ਭਰਿੰਗੀਆਂ ਦੀ ਕੁਲ ਦੇ ਵਿੱਚ ਹੀ ਆ ਜਾਂਦਾ, ਉਹ ਆਪਣੀ ਕੁਲ ਛੱਡ ਦਿੰਦਾ। ਇਨ ਬਿਨ ਇਸੇ ਪ੍ਰਕਾਰ ਜਿਹੜਾ ਖੰਡੇ ਬਾਟੇ ਦੀ ਪੌਲ ਛਕ ਕੇ ਗੁਰੂ ਦੀ ਕੁਲ ਨੂੰ ਆਪਣੀ ਕੁਲ ਸਮਝਣ ਲੱਗ ਪੈਂਦਾ, ਭਾਈ ਉਹ ਗੁਰੂ ਦਾ ਹੋ ਕੇ ਰਹਿ ਜਾਂਦਾ ਹੈ। ਦੋਹਰਾ ਵਾਲੋ ਨਿਕੇ ਖਨਿਓ ਤਿੱਕੇ ਹੈ ਸਿੱਕੇ ਕੇ ਰੀਤ। ਵਾਲ ਦੇ ਨਾਲੋਂ ਨਿੱਕੀ ਤੇ ਖੰਡੇ ਦੇ ਨਾਲੋਂ ਤਿੱਖੀ, ਇਹ ਸਿੱਖੀ ਦੀ ਰੀਤ ਹੈ। ਖੰਡੇ ਦੀ ਧਾਰ ਦੇ ਨਾਲੋਂ ਵੀ ਤਿੱਖੀ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਵੀ ਖੰਡੇ ਦੀ ਧਾਰ ਕਿੰਨੀ ਕੁ ਤਿੱਖੀ ਹੈ? ਕਹਿੰਦੇ ਨੇ ਵੀ ਚੱਲ ਨਾ ਸਕੈ ਭੁਣਹਣਾ, ਉਹਦੇ ਉੱਤੇ ਕੀੜੀ ਨਹੀਂ ਤੁਰ ਸਕਦੀ। ਜੇ ਤੁਰੇ ਤੇ ਉਹਦੇ ਵੀ ਦੋ ਟੋਟੇ ਹੋ ਜਾਂਦੇ, ਵੀ ਇੰਨਾ ਤਿੱਖਾ ਖੰਡਾ। ਕਹਿੰਦੇ ਇਨ ਬਿਨ ਇਸੇ ਪ੍ਰਕਾਰ ਗੁਰੂ ਕੀ ਸਿੱਖੀ ਹੈ। ਪੰਜ ਪਿਆਰਿਆਂ ਨੇ ਸੀਸ ਦੇ ਕੇ ਸਿੱਖੀ ਲਈ, ਗੁਰੂ ਕੇ ਖਾਲਸੇ ਨੇ ਸੀਸ ਕੁਰਬਾਨ ਕਰਕੇ ਸਿੱਖੀ ਕਮਾਈ। ਸਾਨੂੰ ਤਾਂ ਕਕਾਰ ਵੀ ਫ੍ਰੀ 'ਚ ਮਿਲ ਗਏ। ਵੀ ਅੰਮ੍ਰਿਤਪਾਨ ਕਰਨ ਜਾਂਦੇ ਕਹਿੰਦੇ ਜੀ ਕਕਾਰ ਵੀ ਮੁਫਤ ਮਿਲਣਗੇ। ਅਸੀਂ ਤਾਂ ਕਕਾਰ ਵੀ ਮੁਫਤ ਭਾਲਦੇ ਹਾਂ ਨਾ, ਵੀ ਕਿਤੇ 2 ਟਕੇ ਲਾਣੇ ਨਾ ਪੈ ਜਾਣ। ਫੋਨ 'ਤੇ ਪੈਸਾ ਲਾ ਦਿੱਤਾ, ਗਾਣੇ ਖਰੀਦਣ 'ਤੇ ਪੈਸਾ ਲਾ ਦਿੱਤਾ, ਇਹੀ ਕੁਛ ਕਰਦੇ ਆ ਨਾ। ਤੇ ਜਦੋਂ ਸਿੱਖੀ ਦੀ ਗੱਲ ਆ ਜਾਏ, ਉੱਥੇ ਕਕਾਰਾਂ ਵਾਸਤੇ ਵੀ ਅਸੀਂ ਕਹਿੰਦੇ ਹਾਂ ਜੀ ਮੁਫਤੀ ਮਿਲ ਜਾਣ। ਲੱਖਾਂ ਰੁਪਈਏ ਪੈਲਸਾਂ 'ਤੇ ਲਾ ਦਿੱਤੇ, ਵਿਆਹ ਕਰ ਦਿੱਤਾ, ਪਕੌੜੇ ਖਵਾਤੇ, ਲੋਕਾਂ ਨੂੰ ਰਸਗੁੱਲੇ ਖਵਾਤੇ, ਸੁਣੀ ਦੀ ਨਿੰਦਿਆ ਹੀ ਨਾ ਮੁੜ ਕੇ ਵੀ ਸਾਨੂੰ ਤਾਂ ਕੁਝ ਮਿਲਿਆ ਹੀ ਨਹੀਂ ਜੀ, ਇਹਨਾਂ ਨੇ ਵਿਆਹ ਨਹੀਂ ਵਧੀਆ ਕੀਤਾ। ਅਗਲਾ ਭਾਵੇਂ ਕਰਜ਼ੇ ਥੱਲੇ ਆ ਗਿਆ ਹੋਵੇ, ਵਿਆਹ ਫਿਰ ਨਹੀਂ ਵਧੀਆ ਹੋਇਆ। ਇੱਦਾਂ ਹੀ ਕਰਦੇ ਨਾ ਲੋਕ, ਵੀ ਮੈਨੂੰ ਆਹ ਨਹੀਂ ਮਿਲਿਆ, ਮੈਨੂੰ ਉਹ ਨਹੀਂ ਮਿਲਿਆ, ਥੋੜ੍ਹਾ ਮੂਹਰੇ ਹੋ ਜਾਂਦਾ ਉਹ ਵੀ ਮਿਲ ਜਾਂਦਾ ਤੈਨੂੰ। ਪਰ ਨਹੀਂ, ਸਭ ਕੁਝ ਖਾ ਕੇ ਮੁੜ ਕੇ ਨਿੰਦਣਾ, ਇਹ ਬੰਦੇ ਦੀ ਆਦਤ ਹੁੰਦੀ ਹੈ। ਲੱਖਾਂ ਰੁਪਈਏ ਵਿਆਹਾਂ 'ਤੇ ਲਾਉਣ ਵਾਲੇ, ਨਚਾਰਾਂ 'ਤੇ ਲਾਉਣ ਵਾਲੇ ਲੋਕ ਜਦੋਂ ਗੁਰਦੁਆਰਾ ਸਾਹਿਬ ਜਾ ਕੇ ਆਨੰਦ ਕਾਰਜ ਕਰਾਉਂਦੇ ਨੇ ਨਾ, ਤੇ ਜੇ ਕਿਤੇ ਕਹਿ ਦਿਓ 500 ਭੇਟ ਹੈ, ਤੇ ਉਸੇ ਵਕਤ ਤਰਥੱਲੀ ਮੱਚ ਜਾਂਦੀ, ਬਾਬਾ ਜੀ ਬੜਾ ਲਾਲਚ ਕਰਦੇ ਹੋ। ਬਾਬਾ ਜੀ ਦੇ 500 ਰੁਪਈਏ ਵੀ ਲਾਲਚ ਵਿੱਚ ਆ ਗਏ,
ਤੇ ਉਧਰ ਗਾਉਣ ਵਾਲੇ ਨੱਚਣ ਵਾਲਿਆਂ ਨੂੰ 5 ਲੱਖ ਦੇ ਦਿੱਤਾ, ਫਿਰ ਵੀ ਉਹਦੇ ਉੱਤੇ ਜਾ ਕੇ ਸਟੇਜਾਂ ਤੇ ਫਿਰ ਨੋਟ ਭਰਾਉਂਦੇ ਨੇ। ਇੱਥੇ 500 ਵੀ ਜ਼ਿਆਦਾ। ਅਖੰਡ ਪਾਠ ਸਾਹਿਬ ਦੀ ਭੇਟਾ ਮੰਗ ਲਈ ਨਾ ਕਿੰਨੀ ਜੀ, ਵੀ 5000 ਵੀ ਕਿਤੇ ਮੰਗ ਲਈ, ਬੜੀ ਜ਼ਿਆਦੀ ਹੈ। ਮਹਿੰਗਾਈ ਕਰਤੀ ਤੁਸੀਂ। ਲੈਣਾ ਕੀ ਹੈ ਜੀ? ਅਖੰਡ ਪਾਠ ਸਾਹਿਬ ਕਰਾਇਆ, ਲੈਣਾ ਕੀ ਹੈ? ਪੁੱਤਰ ਦੇ ਦਿਓ, ਬਿਜ਼ਨਸ ਚੱਲ ਜਾਏ, ਆਹ ਕੰਮ ਹੋ ਜਾਏ ਤੇ ਉਹ ਹੋ ਜਾਵੇ। ਤੇ 5000 ਦੇ ਵਿੱਚ ਇੰਨਾ ਕੁਝ ਮੰਗ ਲਿਆ ਗੁਰੂ ਕੋਲੋਂ। ਚੰਡੀਗੜ੍ਹ ਕਿਸੇ ਦੇ ਘਰ ਦੇ ਵਿੱਚ ਮੈਂ ਕਥਾ ਕਰਨ ਗਿਆ, ਬੜਾ ਵੱਡਾ ਮਹਿਲ ਬਣਾਈ ਬੈਠੇ, ਲੰਗਰ ਛਕਾਉਣ ਦੀ ਵਾਰੀ ਆਈ ਤੇ ਕਹਿੰਦੇ ਜੀ ਆਪੇ ਪਾ ਲਓ ਤੇ ਆਪੇ ਖਾ ਲਓ ਕਹਿੰਦੇ। ਤੇ ਵੱਡੀ ਸਾਰੀ ਲਿਸਟ ਦਿੱਤੀ ਉਹਨਾਂ ਨੇ ਲਿਖ ਕੇ, ਵੀ ਆਹ ਵੀ ਚਾਹੀਦਾ, ਆਹ ਵੀ ਚਾਹੀਦਾ, ਆਹ ਵੀ ਚਾਹੀਦਾ। ਮੈਂ ਕਿਹਾ ਵੀ ਤੁਸੀਂ ਗਰੋਸਰੀ ਥੋੜ੍ਹਾ ਸਟੋਰ ਤੋਂ ਲੈਣ ਲੱਗੇ ਹੋ, ਵੀ ਲਿਖ ਕੇ ਦੇਤੀ ਪਰਚੀ, ਵੀ ਆਹ ਵੀ ਸਮਾਨ ਪਾ ਦੇ, ਆਹ ਵੀ ਸਮਾਨ ਪਾ ਦੇ, ਆਹ ਵੀ ਸਮਾਨ ਪਾ ਦੇ। ਅੰਦਰੋਂ ਰੁੱਖੇ ਨੇ, ਪਰ ਚਾਹੀਦਾ ਗੁਰੂ ਕੋਲੋਂ ਸਾਰਾ ਕੁਝ ਹੈ। ਕਹਿਣ ਤੋਂ ਭਾਵ ਇਹ ਹੈ ਕਿ ਜਦੋਂ ਅਸੀਂ ਗੁਰੂ ਦੀ ਗੱਲ ਕਰੀਏ, ਜੇ ਗੁਰੂ ਨੂੰ ਕੁਝ ਦੇਣਾ ਪੈ ਜਾਏ ਤੇ ਸਾਨੂੰ ਇਉਂ ਜਾਪਦਾ ਵੀ ਸ਼ਾਇਦ ਮਹਿੰਗਾਈ ਜ਼ਿਆਦਾ ਕਰਤੀ ਗੁਰਦੁਆਰੇ ਵਾਲਿਆਂ ਨੇ, ਤੇ ਬਾਹਰ ਸਾਨੂੰ ਫਿਰ ਜਿਹੜਾ ਪੈਸਾ ਸੀ ਬਾਹਰ ਉਡਾਉਣਾ ਹੁੰਦਾ, ਉੱਥੇ ਨਹੀਂ ਅਸੀਂ ਸੋਚਦੇ ਇਹ ਚੀਜ਼। ਇਸ ਕਰਕੇ ਇਹ ਸਿੱਖੀ ਦੀ ਰੀਤ ਨਹੀਂ। ਸਿੱਖੀ ਬੜੀ ਮਹਿੰਗੀ ਹੈ, ਸਿੱਖੀ ਕਮਾਉਣੀ ਬੜੀ ਔਖੀ ਹੈ। ਭਾਈ ਰਤਨ ਸਿੰਘ ਜੀ ਕਹਿੰਦੇ, ਵਾਲੋਂ ਨਿੱਕੀ ਖੰਨਿਓ ਤਿੱਖੀ ਹੈ ਸਿੱਖੀ ਕੀ ਰੀਤ, ਵਾਲ ਨਾਲੋਂ ਨਿੱਕੀ ਤੇ ਖੰਡੇ ਦੀ ਧਾਰ ਨਾਲੋਂ ਤਿੱਖੀ। ਅਜਿਹੀ ਭਾਈ ਸਿੱਖੀ ਦੀ ਰੀਤ ਹੈ, ਇਹਨੂੰ ਕਮਾਉਣਾ ਬੜਾ ਕਠਿਨ ਹੈ। ਸਿਰ ਤੇ ਪਰੇ ਸੇਵਾ ਕਰੇ ਤੋ ਡਰੇ ਮਦ ਚੀਤ। ਕਹਿੰਦੇ ਨੇ ਕਿ ਆਪਣਾ ਸੀਸ ਵਾਰ ਕੇ ਗੁਰੂ ਦੇ ਚਰਨਾਂ ਵਿੱਚ ਜਿਹੜਾ ਸੇਵਾ ਕਰਦਾ ਨਾ, ਉਹ ਸਿੱਖੀ ਕਮਾ ਸਕਦਾ। ਸਤਿਗੁਰ ਆਗਿਆ ਸੀਸ ਭੇਟ ਦਿਓ। ਬੜਾ ਵੱਡਾ ਸਵਾਲ ਹੈ ਵੀ ਉਦੋਂ 5 ਸਿੰਘਾਂ ਨੇ ਅੰਮ੍ਰਿਤਪਾਨ ਕੀਤਾ, ਸੀਸ ਦਿੱਤਾ। ਜੰਗ 'ਚ ਸਿੰਘ ਸ਼ਹੀਦ ਹੋ ਗਏ, ਉਹਨਾਂ ਸੀਸ ਦਿੱਤਾ ਮਹਾਰਾਜ ਨੂੰ। ਅੱਜ ਕਿਹੜਾ ਜੰਗ ਹੁੰਦਾ ਵੀ ਅਸੀਂ ਸੀਸ ਦੇ ਦਈਏ? ਇਹਦੇ 2 ਭਾਵ ਨੇ। ਇੱਕ, ਜਦੋਂ ਸਮਾਂ ਆਇਆ ਜੰਗ ਵਿੱਚ ਸੀਸ ਦੇ ਦੇਣਾ, ਪਰ ਜੰਗ 'ਚ ਸੀਸ ਕੌਣ ਦੇਵੇਗਾ? ਚਾਹੇ ਅੱਜ ਦੀ ਗੱਲ ਹੈ, ਚਾਹੇ ਪੁਰਾਤਨ ਸਮੇਂ ਦੀ ਗੱਲ ਹੈ। ਸਤਿਗੁਰ ਆਗਿਆ ਸੀਸ ਭੇਟ ਦਿਓ। ਸਾਡਾ ਵੇਖਣਾ, ਸਾਡਾ ਸੁੰਘਣਾ, ਸਾਡਾ ਬੋਲਣਾ, ਸਾਡੇ ਕੰਨ, ਸਾਡਾ ਸੁਣਨਾ ਤੇ ਸਾਡਾ ਸੋਚਣਾ ਕਿੱਥੇ ਹੁੰਦਾ? ਸਾਰਾ ਕੁਝ ਦਿਮਾਗ ਵਿੱਚ ਹੁੰਦਾ ਨਾ। ਪਰਮਾਤਮਾ ਨੇ ਸਿਰ ਬਣਾਇਆ ਸਾਡਾ, 9 ਗੋਲਕਾਂ ਵਿੱਚੋਂ 7 ਸੁਰਾਖ ਸਾਡੇ ਸਿਰ 'ਚ ਹੀ ਰੱਖ ਦਿੱਤੇ ਉਹਨੇ। 2 ਕੰਨ, 2 ਅੱਖਾਂ, 2 ਨੱਕ ਤੇ 1 ਮੂੰਹ। ਸੁਣਦਾ ਨਿੰਦਿਆ, ਮਾੜਾ ਵੇਖਦਾ, ਮਾੜਾ ਬੋਲਦਾ, ਮਾੜਾ ਸੁੰਘਦਾ। ਬਾਕੀ ਸਾਰੇ ਸਰੀਰ ਵਿੱਚ 2 ਗੋਲਕਾਂ ਉਹਨੇ ਰੱਖ ਦਿੱਤੀਆਂ, ਬਾਕੀ ਸਾਰਾ ਕੁਝ ਸੀਸ ਵਿੱਚ ਰੱਖ ਦਿੱਤਾ। ਹੁਣ ਜਦੋਂ ਅੰਮ੍ਰਿਤ ਪਾਨ ਕਰਾਇਆ ਜਾਂਦਾ ਹੈ, ਦਸਮ ਦੁਆਰ 'ਚ ਚੁਲੇ ਪਾਏ, ਨੇਤਰਾਂ 'ਚ ਚੁਲੇ ਪਾਏ, ਮੁੱਖ ਦੁਆਰਾਂ ਚੁਲੇ ਛਕਾਏ, ਸਾਰਾ ਕੁਝ ਸੀਸ ਵਿੱਚ ਹੀ ਬਖਸ਼ਿਆ ਨਾ ਮਹਾਰਾਜ ਨੇ। ਹੁਣ ਸੋਚਦੇ ਤਾਂ ਇੱਥੋਂ ਆ, ਤੇ ਹੁਕਮ ਹੋਇਆ ਆਪਣਾ ਸੀਸ ਗੁਰੂ ਦੇ ਚਰਨਾਂ ਵਿੱਚ ਸੌਂਪ ਦੇ। ਭਾਵ ਆਪਣੀ ਵਿਚਾਰਧਾਰਾ ਨੂੰ, ਆਪਣੇ ਫੁਰਨੇ ਕੁਫੁਰਨਿਆਂ ਨੂੰ ਖਤਮ ਕਰ ਦੇ। ਅੱਜ ਤੋਂ ਬਾਅਦ ਤੇਰੇ ਦਿਮਾਗ ਅੰਦਰ, ਤੇਰੇ ਮਨ ਅੰਦਰ, ਤੇਰੇ ਹਿਰਦੇ ਦੇ ਅੰਦਰ ਤੇਰੀ ਆਪਣੀ ਖੁਦ ਦੀ ਵਿਚਾਰ ਨਾ ਹੋਵੇ, ਤੇਰੇ ਹਿਰਦੇ ਵਿੱਚ ਤੇਰੇ ਗੁਰੂ ਦੀ ਵਿਚਾਰ ਹੋਵੇ, ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਹੋਵੇ। ਇਹ ਹੁੰਦਾ ਸੀਸ ਸੌਂਪਣਾ ਗੁਰੂ ਦੇ ਚਰਨਾਂ ਵਿੱਚ। ਫਿਰ ਜਿਨ੍ਹਾਂ ਦੇ ਮਨ, ਦਿਮਾਗ, ਹਿਰਦੇ ਵਿੱਚ ਗੁਰੂ ਦੀ ਵਿਚਾਰਧਾਰਾ ਵਸ ਜਾਂਦੀ ਹੈ, ਫਿਰ ਉਹ ਨਾ ਮਾੜਾ ਵੇਖਦੇ, ਨਾ ਮਾੜਾ ਸੁਣਦੇ, ਨਾ ਬੋਲਦੇ ਨੇ। ਉਹ ਅੰਮ੍ਰਿਤ ਭਰੇ ਭਰਪੂਰ ਹੈ, ਫਿਰ ਉਹ ਅੰਮ੍ਰਿਤ ਨਾਲ ਭਰ ਜਾਂਦੇ। ਉਹਨਾਂ ਦੀ ਤੱਕਣੀ ਅੰਮ੍ਰਿਤ ਹੋ ਜਾਂਦੀ ਹੈ, ਉਹਨਾਂ ਦੀ ਸੋਚਣੀ ਅੰਮ੍ਰਿਤ ਹੋ ਜਾਂਦੀ ਹੈ, ਉਹਨਾਂ ਦੀ ਬੋਲਣੀ ਅੰਮ੍ਰਿਤ, ਉਹਨਾਂ ਦੀ ਸੁਣਨੀ ਅੰਮ੍ਰਿਤ ਹੋ ਜਾਂਦੀ ਹੈ। ਇਸ ਕਰਕੇ ਭਾਈ ਸਤਿਗੁਰ ਆਗਿਆ ਸੀਸ ਭੇਟ ਦਿਓ। ਆਪਣੀ ਹਉਮੈ ਨੂੰ ਤਿਆਗ ਕੇ ਆਪਣਾ ਮਨ, ਆਪਣਾ ਦਿਮਾਗ ਗੁਰੂ ਦੇ ਚਰਨਾਂ ਵਿੱਚ ਭੇਟ ਕਰ ਦੇਣਾ, ਇਹਨੂੰ ਕਹਿੰਦੇ ਨੇ ਸਿੱਖੀ ਦਾ ਪਹਿਲਾ ਕਦਮ। ਜਿਨ੍ਹਾਂ ਆਪਣਾ ਸੀਸ ਗੁਰੂ ਦੇ ਚਰਨਾਂ 'ਚ ਭੇਟ ਕਰ ਦਿੱਤਾ, ਆਪਣੀ ਵਿਚਾਰਧਾਰਾ ਇੱਥੇ ਰੱਖ ਦਿੱਤੀ ਤੇ ਗੁਰੂ ਦੀ ਧਾਰਨ ਕਰ ਲਈ, ਉਹ ਸਿੱਖ ਬਣ ਸਕਦਾ। ਤੇ ਜਿਨ੍ਹਾਂ ਨੇ ਆਪਣੀ ਵਿਚਾਰਧਾਰਾ ਛੱਡ ਕੇ ਗੁਰੂ ਦੀ ਵਿਚਾਰਧਾਰਾ ਨੂੰ ਕਮਾ ਲਿਆ, ਸੀਸ ਵੀ ਉਹਨਾਂ ਨੇ ਦਿੱਤਾ ਹੈ, ਦੂਜੇ ਨਹੀਂ ਦੇ ਸਕੇ। ਜਿਹੜੇ ਹਰਿਮੰਦਰ ਸਾਹਿਬ ਨੂੰ ਬਿਲਡਿੰਗਾਂ ਕਹਿ ਦਿੰਦੇ ਨੇ, ਅੰਮ੍ਰਿਤ ਜਲ ਨੂੰ ਜਿਹੜੇ ਅੱਜ ਕੱਲ੍ਹ ਪਾਣੀ ਕਹਿੰਦੇ ਨੇ,
ਰੱਬ ਹੈ ਨਹੀਂ, ਕੁਦਰਤ ਕਹਿੰਦੇ ਨੇ, ਇਹਨਾਂ ਨੇ ਥੋੜਾ ਸਿਰ ਦੇਣੇ ਨੇ। ਸਿਰ ਤਾਂ ਦਿੱਤਾ ਸੰਤ ਜਰਨੈਲ ਸਿੰਘ ਹਰਾ ਨੇ, ਸੀਸ ਦਿੱਤਾ ਬਾਬਾ ਦੀਪ ਸਿੰਘ ਜੀ ਨੇ, ਭਾਈ ਸੁਵੇਗ ਸਿੰਘ ਜੀ ਨੇ, ਭਾਈ ਸਹਿਬਾਜ ਸਿੰਘ ਨੇ, ਬੜੇ ਬੜੇ ਕਮਾਈ ਵਾਲੇ ਮਹਾਂਪੁਰਸ਼ ਹੋਏ ਨੇ ਜਿਨ੍ਹਾਂ ਨੇ ਸੀਸ ਦਿੱਤੇ। ਉਹਨਾਂ ਨੇ ਆਪਣੀ ਵਿਚਾਰਧਾਰਾ ਨਹੀਂ, ਗੁਰੂ ਦੀ ਵਿਚਾਰਧਾਰਾ ਨੂੰ ਰੱਖਿਆ। ਉਹਨਾਂ ਨੇ ਗੁਰੂ ਨੂੰ ਗੁਰੂ ਮੰਨਿਆ, ਗੁਰੂ ਨੂੰ ਕੁਦਰਤ ਨਹੀਂ ਆਖਿਆ, ਆਪਣੇ ਦਿਮਾਗ ਨਾਲ ਨਹੀਂ ਸੋਚਿਆ। ਉਹਨਾਂ ਨੇ ਹਰਿਮੰਦਰ ਸਾਹਿਬ ਨੂੰ ਬਿਲਡਿੰਗ ਨਹੀਂ ਆਖਿਆ। ਜਿਸ ਦਿਨ ਦੁਸ਼ਮਣ ਚੜ੍ਹ ਕੇ ਆਇਆ ਤੇ ਆਪਣਾ ਸੀਸ ਹਰਿਮੰਦਰ ਸਾਹਿਬ ਦੀ ਪਰਿਕਰਮਾ 'ਚ ਲਾ ਦਿੱਤਾ। ਉਹਨਾਂ ਨੇ ਅੰਮ੍ਰਿਤ ਜਲ ਨੂੰ ਪਾਣੀ ਨਹੀਂ ਆਖਿਆ, ਇਹ ਅੰਮ੍ਰਿਤ ਹੈ। ਉਹਨਾਂ ਨੇ ਉਸ ਅੰਮ੍ਰਿਤ ਦੀ ਪਵਿੱਤਰਤਾ ਵਾਸਤੇ ਆਪਣਾ ਸੀਸ ਜਾ ਕੇ ਪਰਿਕਰਮਾ 'ਚ ਭੇਟ ਕਰ ਦਿੱਤਾ। ਉਹ ਸਿੱਖ ਨੇ, ਸਿੱਖੀ ਕਮਾਉਣ ਵਾਲੇ, ਬਾਕੀ ਤਾਂ ਸਭ ਰੌਲਾ ਪਾਉਣ ਵਾਲੇ ਨੇ। ਇਸ ਕਰਕੇ ਭਾਈ ਸਿਰ ਤੇ ਪਰੈ ਸੇਵਾ ਕਰੇ, ਆਪਣਾ ਸੀਸ ਵਾਰ ਕੇ ਸੇਵਾ ਕਰੇ। ਤੋ ਡਰੇ ਮਦ ਚੀਤ, ਆਪਣੇ ਚਿੱਤ ਦੇ ਅੰਦਰ ਗੁਰੂ ਤੋਂ ਡਰਦਾ ਰਹੇ, ਗੁਰੂ ਦਾ ਭੈ ਆਪਣੇ ਹਿਰਦੇ ਵਿੱਚ ਰੱਖੇ, ਉਹ ਸਿੱਖ ਬਣ ਸਕਦਾ ਹੈ। ਜੋ ਆਖੀ ਸਤਿਗੁਰੂ ਉਸੈ ਸੋ ਹੁਨ ਲੀਨੀ ਮਾਨ। ਜੋ ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ ਹੁਕਮ ਦਿੱਤਾ, ਬਾਬਾ ਬੰਦਾ ਸਿੰਘ ਬਹਾਦਰ ਨੇ ਹੁਕਮ ਮੰਨ ਲਿਆ। ਕਰਿਓ ਸੋ ਬੰਦਾ ਨਾਮ ਤਿਸ ਤਿਨ ਕਰ ਲਿਓ ਪ੍ਰਮਾਨ। ਸਤਿਗੁਰਾਂ ਨੇ ਉਹਨਾਂ ਦਾ ਨਾਮ ਬੰਦਾ ਰੱਖ ਦਿੱਤਾ। ਗੁਰਬਖਸ਼ ਸਿੰਘ ਵੀ ਨਾਮ ਆਉਂਦਾ ਇਤਿਹਾਸ ਵਿੱਚ। ਪਰ ਕਲਗੀਧਰ ਜੀ ਨੂੰ ਜਦੋਂ ਪੁੱਛਿਆ ਨਾ ਵੀ ਤੇਰਾ ਗੁਰੂ ਕੌਣ, ਮਹਾਰਾਜ ਤੁਸੀਂ ਮੇਰੇ ਗੁਰੂ ਹੋ ਤੇ ਮੈਂ ਤੁਹਾਡਾ ਬੰਦਾ ਗੁਲਾਮ ਹਾਂ। ਸਤਿਗੁਰਾਂ ਨੇ ਉਹਨਾਂ ਦਾ ਨਾਮ ਅੰਮ੍ਰਿਤ ਛਕਾ ਕੇ ਬੰਦਾ ਸਿੰਘ ਰੱਖ ਦਿੱਤਾ। ਬਹਾਦਰ ਸ਼ਬਦ ਬਾਅਦ ਵਿੱਚ ਲੱਗਿਆ। ਜਦੋਂ ਉਹਨਾਂ ਨੇ ਬਹਾਦਰੀ ਦਿਖਾਈ ਨਾ, ਜਾ ਕੇ ਸਮਾਣਾ ਸਢੌਰਾ ਆਦਿਕ ਸਭ ਕੁਝ ਸੋਧ ਲਿਆ ਜਦੋਂ ਉਹਨਾਂ ਨੇ, ਤੇ ਫਿਰ ਖਾਲਸੇ ਨੇ ਉਹਨਾਂ ਨੂੰ ਬਹਾਦਰ ਦਾ ਖਿਤਾਬ ਦਿੱਤਾ। ਫਿਰ ਪੂਰਾ ਨਾਮ ਬਣਿਆ ਬੰਦਾ ਸਿੰਘ ਬਹਾਦਰ। ਇਸ ਤਰ੍ਹਾਂ ਜੋ ਕਲਗੀਧਰ ਜੀ ਨੇ ਉਹਨਾਂ ਨੂੰ ਨਾਮ ਬਖਸ਼ਿਆ, ਉਹਨਾਂ ਨੇ ਮੰਨ ਲਿਆ ਹੈ। ਜੋ ਪਈ ਬਾਰ ਬਾਰ ਬੰਦੋ ਪਗ ਪਰਿਓ। ਬਾਰ ਬਾਰ ਸਤਿਗੁਰਾਂ ਦੇ ਪਾਵਨ ਚਰਨਾਂ ਕਮਲਾਂ ਦੇ ਉੱਪਰ ਬਾਬਾ ਬੰਦਾ ਸਿੰਘ ਬਹਾਦਰ ਨਮਸਕਾਰਾਂ ਕਰਦਾ ਹੈ। ਓ ਸਤਿਗੁਰੂ ਸਿਰ ਪੈ ਹੱਥ ਧਰਿਓ। ਮਹਾਰਾਜ ਕਲਗੀਧਰ ਜੀ ਨੇ ਉਹਨਾਂ ਦੇ ਸੀਸ ਉੱਪਰ ਆਪਣਾ ਕਿਰਪਾ ਦਾ ਹੱਥ ਰੱਖ ਦਿੱਤਾ। ਮੇਰਾ ਹੀਰਾ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ। ਮਹਾਰਾਜ ਨੇ ਸੀਸ ਤੇ ਮਿਹਰ ਭਰਿਆ ਹੱਥ ਰੱਖ ਦਿੱਤਾ ਹੈ। ਬੰਦਾ ਕਹੇ ਕਿਛ ਆਗਿਆ ਦੇਹੋ। ਬੰਦਾ ਸਿੰਘ ਕਹਿਣ ਲੱਗਾ, ਸਾਹਿਬ ਜੀ ਕਿਰਪਾ ਕਰੋ, ਮੈਨੂੰ ਕੋਈ ਆਗਿਆ ਬਖਸ਼ੋ, ਕੋਈ ਹੁਕਮ ਕਰੋ। ਖਿਦਮਤ ਹਮੇ ਕੋ ਬਖਸ਼ੇ ਹੋ। ਕਿਰਪਾ ਕਰਕੇ ਆਪਣੀ ਕੋਈ ਖਿਦਮਤ, ਆਪਣੀ ਸੇਵਾ ਮੈਨੂੰ ਬਖਸ਼ੋ, ਮੈਂ ਤੁਹਾਡੀ ਸੇਵਾ ਕਰਨਾ ਚਾਹੁੰਦਾ ਹਾਂ। ਜੋ ਤੁਹਾਡਾ ਹੁਕਮ ਹੋਵੇਗਾ ਮੈਂ ਮੰਨਾਂਗਾ। ਸਤਿਗੁਰੂ ਕਹੇ ਤੁਮ ਯੋਗ ਯਹ ਕਾਰ। ਸਤਿਗੁਰੂ ਕਹਿੰਦੇ ਨੇ, ਬੰਦਾ ਸਿੰਘ ਸਾਡੇ ਕੋਲ ਤੇਰੇ ਵਾਸਤੇ ਇੱਕ ਸੇਵਾ ਹੈ। ਜਾਂ ਸਾਹਿਬ ਜਾਦਨ ਘਾਤੀ ਮਾਰ। ਬੜੀ ਵੱਡੀ ਸੇਵਾ ਹੈ। ਪੰਜਾਬ ਦੇ ਵਿੱਚ ਜਾ ਕੇ ਜਿਨ੍ਹਾਂ ਨੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ, ਔਰ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ, ਜਿਨ੍ਹਾਂ ਨੇ ਮਜ਼ਲੂਮਾਂ ਤੇ ਅਤਿਆਚਾਰ ਕੀਤਾ, ਜਾਓ ਜਾ ਕੇ ਉਹਨਾਂ ਦਾ ਨਾਸ਼ ਕਰ ਦਿਓ, ਖਾਤਮਾ ਕਰ ਦਿਓ, ਤੁਹਾਡੇ ਲਈ ਸੇਵਾ ਹੈ। ਸਰਹੰਦ ਕੋ ਮਾਰ ਫਿਰ ਮਾਰੀ ਪਹਾੜ। ਪਹਿਲਾਂ ਜਾ ਕੇ ਸਰਹੰਦ ਤੇ ਹਮਲਾ ਕਰਕੇ ਸਰਹੰਦ ਉਜਾੜ ਦੇਣੀ, ਵਜ਼ੀਰ ਖਾਂ ਮਾਰ ਦੇਣਾ। ਜਿਨ੍ਹਾਂ ਜਲਾਦਾਂ ਨੇ ਸਾਹਿਬਜ਼ਾਦਿਆਂ ਨੂੰ ਸਜ਼ਾ ਦਿੱਤੀ, ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ, ਉਹਨਾਂ ਨੂੰ ਮਾਰ ਕੇ, ਤੇ ਜਿਹੜੇ ਪਰਬਤੀ ਪਹਾੜੀ ਨੇ ਫਿਰ ਉਹਨਾਂ ਦਾ ਨਾਸ਼ ਕਰ ਦੇਣਾ ਹੈ। ਸਤਿਗੁਰ ਸੌਂਪੀ ਤਿਸ ਯਹ ਕਾਰ। ਸਤਿਗੁਰੂ ਕਹਿਣ ਲੱਗੇ, ਅਸੀਂ ਤੈਨੂੰ ਇਹ ਜਿਹੜੀ ਕਾਰ, ਇਹ ਸੇਵਾ ਸੌਂਪ ਦਿੱਤੀ, ਇਸ ਸੇਵਾ ਨੂੰ ਤੁਸੀਂ ਕਮਾਉਣਾ ਹੈ। ਰੱਖ ਅਸਿੱਖ ਸੰਘਰਿਓ। ਸਿੱਖਾਂ ਨੂੰ ਰੱਖ ਲੈਣਾ। ਜਿਹੜਾ ਤੁਹਾਡੀ ਸ਼ਰਨ ਆਵੇ, ਪੰਥ ਦੀ ਸ਼ਰਨ ਆਵੇ, ਜਿਹੜਾ ਪੰਥ ਦੀ ਈਨ ਮੰਨ ਲਏ, ਉਹਨੂੰ ਰੱਖ ਲੈਣਾ, ਉਹਦੇ ਤੇ ਦਇਆ ਕਰਨੀ ਹੈ। ਤੇ ਜਿਹੜਾ ਪੰਥ ਦੋਖੀ ਹੋਵੇ, ਮਜ਼ਲੂਮਾਂ ਤੇ ਅਤਿਆਚਾਰ ਕਰਦਾ ਹੋਵੇ, ਉਹਨਾਂ ਦਾ ਨਾਸ਼ ਕਰ ਦੇਣਾ ਹੈ। ਦਾਸ ਹੋਏ ਤਾਂ ਉਸੇ ਉਭਰਿਓ। ਜਿਹੜਾ ਦਾਸ ਬਣ ਜਾਏ ਪੰਥ ਦਾ, ਉਹਨੂੰ ਰੱਖ ਲੈਣਾ, ਬਚਾ ਲੈਣਾ ਹੈ। ਦਿੱਲੀਓਂ ਲੱਗ ਕਰ ਦੰਗਾ ਮਚਾਵੋ। ਜਦੋਂ ਦਿੱਲੀ ਪਹੁੰਚੋਗੇ ਨਾ, ਤੇ ਦਿੱਲੀ ਤੋਂ ਹੀ ਦੰਗਾ ਮਚਾਉਣਾ ਸ਼ੁਰੂ ਕਰ ਦੇਣਾ ਹੈ। ਪੰਜਾਬ ਪਰਬਤ ਸਭ ਧੂੜ ਮਿਲਾਵੋ। ਪੰਜਾਬ ਤੇ ਪਰਬਤੀ ਜਿੰਨਾ ਇਲਾਕਾ, ਉੱਥੇ ਵਸਣ ਵਾਲੇ ਰਾਜੇ ਮਹਾਰਾਜੇ, ਨਵਾਬ, ਸੂਬੇਦਾਰ ਸਭ ਧੂੜ ਦੇ ਵਿੱਚ ਮਿਲਾ ਦੇਣੇ, ਇਹਨਾਂ ਦਾ ਰਾਜ ਭਾਗ ਨਸ਼ਟ ਕਰ ਦੇਣਾ ਹੈ। ਦੋਹਰਾ ਵਿਰਚਨ ਕੇ ਸਿਰ ਜੋ ਲਗੈ ਕਹਿ ਬੰਦੋ ਉਸ ਜਗ। ਇੱਕ ਵੇਲ ਹੁੰਦੀ ਹੈ ਜਿਹੜੀ ਦਰਖਤ ਤੇ ਜਨਮ ਲੈਂਦੀ ਹੈ, ਧਰਤੀ ਤੇ ਨਹੀਂ।
ਉਹ ਦਰਖਤ 'ਤੇ ਉਗਦੀ ਹੈ। ਜਦੋਂ ਦਰਖਤ 'ਤੇ ਉਗਦੀ ਹੈ ਤੇ ਹੌਲੀ 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 ਇੰਨੀ ਕੁ ਫੈਲ ਜਾਂਦੀ ਹੈ ਕਿ ਉਹ ਦਰਖਤ 'ਤੇ ਕਾਬੂ ਪਾ ਲੈਂਦੀ ਹੈ, ਤੇ ਜਦੋਂ ਦਰਖਤ 'ਤੇ ਕਾਬੂ ਪਾ ਲੈਂਦੀ ਇੰਨੀ ਫੈਲ ਜਾਂਦੀ ਦਰਖਤ ਸੁੱਕ ਜਾਂਦਾ ਹੈ। ਉਹਨੂੰ ਕਹਿੰਦੇ ਨੇ ਬੰਦਾ। ਸ਼ਬਦ ਆਇਆ ਬੰਦੋ ਨੂੰ, ਵੇਲ ਦਾ ਨਾਂ ਲੋਕਾਂ ਨੇ ਦਿੱਤਾ ਹੈ। ਮਹਾਰਾਜ ਸਤਿਗੁਰੂ ਜੀ ਕਹਿਣ ਲੱਗੇ ਨੇ ਕਿ ਜੈਸੇ ਇੱਕ ਦਰਖਤ 'ਤੇ ਇਹ ਬੰਦੋ ਨਾਮ ਦੀ ਵੇਲ ਕਹਿੰਦੇ ਪ੍ਰਗਟ ਹੁੰਦੀ ਹੈ ਤੇ ਉਸੇ ਦਰਖਤ 'ਤੇ ਜਨਮ ਲੈ ਕੇ ਉਹਨੂੰ ਸਕਾ ਦਿੰਦੀ ਹੈ। ਅਮਰੋ ਬੰਦੋ ਤੂੰ ਬਨਸੋ ਤੂੰ ਜਾਏ ਪਤਸ਼ਾਹੀ ਲਗ। ਮਹਾਰਾਜ ਕਹਿੰਦੇ ਹੁਣ ਉਹ ਬੰਦੋ, ਉਹ ਵੇਲ ਅੱਜ ਤੂੰ ਸਾਡੀ ਵੇਲ ਬਣ ਜਾ, ਤੇ ਹਿੰਦੁਸਤਾਨ ਦੀ ਜਿਹੜੀ ਪਾਤਸ਼ਾਹੀ ਹੈ ਨਾ ਇਹਨੂੰ ਜਾ ਕੇ ਲੱਗ ਜਾ, ਉਹਨਾਂ ਦੇ ਸਿਰ 'ਤੇ ਜਾ ਕੇ ਉੱਗ ਕੇ ਨਾ ਤੇ ਉਹਨਾਂ ਦਾ ਰਾਜ ਭਾਗ, ਉਹਨਾਂ ਦੀ ਪਾਤਸ਼ਾਹੀ ਗਾਲ ਦੇ ਖਤਮ ਕਰ ਦੇ। ਸਤਿਗੁਰ ਆਖੀ ਜੋ ਬੰਦਾ ਸੋ ਉਨ ਕਰੇ ਮਨਜ਼ੂਰ। ਸਤਿਗੁਰੂ ਕਲਗੀਧਰ ਜੀ ਨੇ ਬੰਦਾ ਸਿੰਘ ਨੂੰ 2 ਉਪਦੇਸ਼ ਬਖਸ਼ਿਆ, ਜੋ ਹੁਕਮ ਦਿੱਤਾ ਉਹਨਾਂ ਨੇ ਦੋਹੇ ਹੱਥ ਜੋੜ ਕੇ ਹਜ਼ੂਰ ਦੀ ਆਗਿਆ ਨੂੰ ਮੰਨ ਲਿਆ ਹੈ। ਪ੍ਰਗਟ ਹੋਏ ਜਗਤ ਗਲ ਈਓ ਬੰਦਾ ਭਰਪੂਰ। ਸਾਰੇ ਸੰਸਾਰ ਵਿੱਚ ਜਗਤ ਵਿੱਚ ਇਹ ਗੱਲ ਪ੍ਰਗਟ ਹੋ ਗਈ। ਕਲਗੀਧਰ ਜੀ ਨੇ ਬੰਦੇ ਸਿੰਘ ਨੂੰ ਭਰਪੂਰ ਕਰ ਦਿੱਤਾ, ਨਿਹਾਲ ਕਰ ਦਿੱਤਾ, ਬਖਸ਼ਿਸ਼ਾਂ ਕਰ ਦਿੱਤੀਆਂ ਉਹਦੇ ਉੱਪਰ। ਬੰਦੇ ਗੁਰ ਖੰਡਾ ਦਿਓ ਲਿਓ ਉਹਨੇ ਗਲ ਪਾਏ। ਸਤਿਗੁਰਾਂ ਨੇ ਆਪਣੇ ਕਮਰ ਕੱਸੇ ਦਾ ਜਿਹੜਾ ਖੰਡਾ ਸੀ ਉਹ ਬਾਬਾ ਬੰਦਾ ਸਿੰਘ ਬਹਾਦਰ ਨੂੰ ਬਖਸ਼ ਦਿੱਤਾ। ਉਹਨਾਂ ਨੇ ਉਹ ਖੰਡਾ ਲੈ ਕੇ ਆਪਣੇ ਗਲ ਵਿੱਚ ਪਾ ਲਿਆ ਹੈ। ਆਸੋ ਦੇਖ ਸੋ ਵਿਟਰਿਓ ਜਿਨ ਖੰਡੋ ਲਿਓ ਚਨਾਏ। ਤੇ ਜਦੋਂ ਖਾਲਸੇ ਨੇ ਵੇਖਿਆ ਨਾ, ਬਾਬਾ ਵਿਨੋਦ ਸਿੰਘ ਜੀ, ਬਾਬਾ ਵਿਨੋਦ ਸਿੰਘ ਤ੍ਰੇਣ ਕੁਲ ਵਿੱਚੋਂ ਗੁਰੂ ਅੰਗਦ ਦੇਵ ਮਹਾਰਾਜ ਦੀ ਕੁਲ ਵਿੱਚੋਂ ਸਨ। ਉਹਨਾਂ ਨੇ ਵੇਖਿਆ ਜਦੋਂ, ਤੇ ਭਾਈ ਸਾਹਿਬ ਨੇ ਸ਼ਬਦ ਵਰਤਿਆ ਖਾਲਸੇ ਦੇਖ ਸੋ ਵਿਟਰਿਓ। ਖਾਲਸਾ ਵਿਟਰ ਗਿਆ ਵੇਖ ਕੇ ਵੀ ਸੇਵਾ ਅਸੀਂ ਕਰੀਏ ਮਹਾਰਾਜ ਦੀ, ਜੰਗ ਅਸੀਂ ਲੜੀਏ, ਖੰਡਾ ਇਹ ਲੈ ਗਿਆ ਵੀ ਅੱਜ ਆਇਆ ਇਹਨੇ ਮਹਾਰਾਜ ਦੇ ਕਮਰ ਕਸੇ ਦਾ ਖੰਡਾ ਲੈ ਲਿਆ। ਇਹ ਥੋੜਾ ਹੁੰਦਾ ਵੀ ਅਸੀਂ ਸੀਸ ਦਿੰਦੇ ਫਿਰਦੇ ਹਾਂ ਤੇ ਮਹਾਰਾਜ ਖੰਡਾ ਇਹਨੂੰ ਦਿੰਦੇ ਨੇ। ਤੇ ਜਦੋਂ ਕਿਤੇ ਪਰਾਂ ਹੋਇਆ ਨਾ ਬੰਦਾ ਸਿੰਘ ਬਹਾਦਰ ਤੇ ਬਾਬਾ ਵਿਨੋਦ ਸਿੰਘ ਹਰਾਂ ਨੇ ਜਾ ਕੇ ਨਾ ਖੰਡਾ ਗਲ ਚੋਂ ਲਾਹ ਲਿਆ। ਬਰਾਗੀਆ ਤੂੰ ਇਸ ਖੰਡੇ ਦਾ ਹਲੇ ਹੱਕਦਾਰ ਨਹੀਂ। ਕਲਗੀਧਰ ਦਸ਼ਮੇਸ਼ ਪਿਤਾ ਦੇ ਪਾਸ ਜੋ ਕੁਝ ਵੀ ਹੈ ਉਹ ਸਭ ਖਾਲਸੇ ਦਾ ਹੈ, ਉਹਦੇ ਉੱਤੇ ਹੱਕ ਖਾਲਸੇ ਦਾ ਹੈ, ਇਸ ਕਰਕੇ ਤੂੰ ਇਹ ਖੰਡੇ ਦੇ ਲਾਇਕ ਨਹੀਂ। ਇਸ ਤਰ੍ਹਾਂ ਬਾਬਾ ਵਿਨੋਦ ਸਿੰਘ ਹਰੀ ਖਾਲਸੇ ਨੇ ਖੰਡਾ ਬੰਦਾ ਸਿੰਘ ਬਹਾਦਰ ਦੇ ਗਲ ਚੋਂ ਲਾਹ ਲਿਆ ਹੈ। ਬੰਦਾ ਸਿੰਘ ਬਹਾਦਰ ਮਹਾਰਾਜ ਦੇ ਚਰਨਾਂ ਵਿੱਚ ਆਇਆ ਤੇ ਫਰਿਆਦ ਕਰਦਾ ਹੱਥ ਜੋੜ ਕੇ, ਮਹਾਰਾਜ ਵੀ ਜਿਹੜਾ ਖੰਡਾ ਆਪ ਜੀ ਨੇ ਬਖਸ਼ਿਆ ਸੀ ਤੁਹਾਡੇ ਸਿੰਘਾਂ ਨੇ ਖੋਹ ਲਿਆ ਹੈ। ਸਤਿਗੁਰ ਹੱਸ ਹੱਸ ਚਿੱਤ ਵਿਚਰੇ। ਮਹਾਰਾਜ ਹੱਸਣ ਲੱਗ ਪਏ, ਖਿੜ ਖੜਾ ਕੇ ਹੱਸ ਰਹੇ ਨੇ ਤੇ ਚਿੱਤ ਦੇ ਵਿੱਚ ਵਿਚਾਰ ਕਰਦੇ ਹਨ। ਚੀਜ਼ ਆਪਣੀ ਇਨੈ ਸੰਭਾਰੀ। ਸਤਿਗੁਰੂ ਕਹਿਣ ਲੱਗੇ ਵੀ ਖਾਲਸੇ ਦੀ ਚੀਜ਼ ਸੀ, ਖਾਲਸੇ ਨੇ ਸੰਭਾਲ ਲਈ। ਖਾਲਸੇ ਦਾ ਸਾਡੇ ਉੱਪਰ ਹੱਕ ਹੈ ਤੇ ਸਾਡਾ ਖਾਲਸੇ ਉੱਪਰ ਹੱਕ ਹੈ, ਤੇ ਜੋ ਕੁਝ ਸਾਡਾ ਉਹ ਖਾਲਸੇ ਦਾ, ਜੋ ਖਾਲਸੇ ਦਾ ਉਹ ਸਾਡਾ ਹੈ। ਖਾਲਸੇ ਦੀ ਵਸਤੂ ਸੀ, ਖਾਲਸੇ ਨੇ ਲੈ ਲਈ ਹੈ। ਖਾਲਸੇ ਅਬ ਕਲ ਧਾਰੀ। ਹੁਣ ਸਾਡਾ ਖਾਲਸਾ ਨਾ ਸ਼ਕਤੀਸ਼ਾਲੀ ਹੋ ਗਿਆ, ਆਪਣੀ ਵਸਤੂ ਖੋਹਣ ਦੇ ਲਾਇਕ ਹੋ ਗਿਆ ਵੀ ਜਿਹੜੀ ਸਾਡੀ ਵਸਤੂ ਅਸੀਂ ਲੈ ਕੇ ਛੱਡਣੀ ਹੈ। ਖਾਲਸੇ ਵਿੱਚ ਇਹ ਸਮਰੱਥਾ, ਇਹ ਤਾਕਤ ਆ ਗਈ ਹੈ। ਹਾਲਾਂਕਿ ਅਸੀਂ ਸਿੱਖੀ ਦਾ ਕਤਲ ਖੁਦ ਕਰ ਰਹੇ ਹਾਂ ਅੱਜ ਦੇ ਸਮੇਂ ਵਿੱਚ। ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਕਹਿੰਦੇ ਸੀ, ਬੜਾ ਸੋਹਣਾ ਬਚਨ ਆਖਿਆ ਉਹਨਾਂ, ਕਹਿੰਦੇ ਵੀ ਸਿੱਖੀ ਦਾ ਕਤਲ ਅਸੀਂ ਖੁਦ ਕਰ ਰਹੇ ਹਾਂ। ਅਸੀਂ ਕੀ ਜਵਾਬ ਦਿਆਂਗੇ ਮਹਾਰਾਜ ਨੂੰ ਜਾ ਕੇ? ਗੁਰੂ ਸਾਹਿਬ ਤਾਂ ਸਾਨੂੰ ਪਾਤਸ਼ਾਹੀ ਦੇ ਰਹੇ ਸਨ ਵੀ ਤੁਹਾਨੂੰ ਪਾਤਸ਼ਾਹ ਬਣਾਉਣਾ ਹੈ, ਪਰ ਅਸੀਂ ਸਿੱਖੀ ਦਾ ਕਤਲ ਕੀਤਾ। ਤੇ ਗੁਰੂ ਸਾਹਿਬ ਨੇ ਕਹਿਣਾ ਵੀ ਤੁਹਾਡੇ ਰਾਜ ਦੇ ਅੰਦਰ ਤੁਹਾਡੇ ਸਿੱਖ ਹੋਣ ਦੇ ਬਾਵਜੂਦ ਸਿੱਖੀ ਦਾ ਕਤਲ ਤੁਸੀਂ ਖੁਦ ਕਰਦੇ ਰਹੇ। ਸਿੱਖੀ ਦਾ ਕਤਲ ਹੁੰਦਾ ਰਿਹਾ, ਤੁਸੀਂ ਕਿੱਥੇ ਬੈਠੇ ਸੀ? ਨੌਜਵਾਨ ਕੇਸ ਕਤਲ ਕਰਾ ਰਹੇ ਨੇ, ਨਸ਼ੇ ਕਰ ਰਹੇ ਨੇ, ਗਲਤ ਰਾਹੇ ਜਾ ਰਹੇ ਨੇ। ਅਸੀਂ ਗੁਰਬਾਣੀ ਛੱਡ ਕੇ ਗਾਇਕਾਂ ਦੇ ਪਿੱਛੇ ਦੌੜੇ ਫਿਰਦੇ ਹਾਂ। ਅਸੀਂ ਗੁਰਬਾਣੀ ਨੂੰ ਛੱਡ ਕੇ ਗਲਤ ਲੋਕਾਂ ਦੇ ਪਿੱਛੇ ਦੌੜੇ ਫਿਰਦੇ ਹਾਂ, ਪਖੰਡੀਆਂ ਪਿੱਛੇ ਦੌੜੇ ਫਿਰਦੇ ਹਾਂ। ਪੰਥਕ ਮਸਲੇ ਜਿਹੜੇ ਨੇ ਉਹਨਾਂ ਮਸਲਿਆਂ ਨੂੰ ਪੈਦਾ ਕਰਦੇ ਹਾਂ। ਮਾੜੀ ਮਾੜੀ ਗੱਲ ਪਿੱਛੇ ਮਾੜਾ ਮਾੜਾ ਮਸਲਾ ਹੁੰਦਾ, ਸਾਨੂੰ ਪਤਾ ਨਹੀਂ ਹੁੰਦਾ, ਰੌਲਾ ਪਾ ਦਿੰਦੇ ਹਾਂ। ਉਲਝਾਇਆ ਹੋਇਆ ਨਾ ਸਾਨੂੰ। ਹਰ ਇੱਕ ਸਿੱਖ ਆਪਣੀ ਨਵੀਂ ਵਿਉਂਤ ਲੈ ਕੇ ਪੈਦਾ ਹੋ ਜਾਂਦਾ ਹੈ ਵੀ ਮੇਰੀ ਤਾਂ ਨਵੀਂ ਗੱਲ ਹੈ ਜੀ, ਮੈਂ ਤਾਂ ਆਹ ਮੰਨਦਾ ਜੀ, ਕੋਈ ਮੰਨੇ ਨਾ ਮੰਨੇ, ਮੇਰੀ ਤਾਂ ਆਹ ਗੱਲ ਹੈ। ਅਸੀਂ ਨਵਾਂ ਰਾਹ ਚੁਣ ਲਿਆ। ਸਿੱਖੀ ਦਾ ਕਤਲ ਅਸੀਂ ਖੁਦ ਕਰ ਰਹੇ ਹਾਂ ਨਾ, ਤਾਂ ਕੀ ਜਵਾਬ ਦਿਆਂਗੇ ਮਹਾਰਾਜ ਕਲਗੀਧਰ ਜੀ ਨੂੰ?
ਜਿਨ੍ਹਾਂ ਨੇ ਸਾਨੂੰ ਪਾਤਸ਼ਾਹੀ ਬਖਸ਼ੀ ਹੈ। ਇਸ ਕਰਕੇ ਸਾਧ ਸੰਗਤ ਜੀ, ਮਹਾਰਾਜ ਕਲਗੀਧਰ ਕਹਿੰਦੇ ਵੀ ਮੇਰਾ ਖਾਲਸਾ ਸ਼ਕਤੀਸ਼ਾਲੀ ਹੋ ਗਿਆ ਹੈ ਤੇ ਆਪਣੀ ਵਸਤੂ ਨੂੰ ਲੈਣਾ ਜਾਣਦਾ ਹੈ। ਬੰਦੇ ਕੋ ਬਖਸ਼ੇ ਪੰਜ ਤੀਰ। ਸਤਿਗੁਰੂ ਕਲਗੀਧਰ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਆਪਣੇ ਪੱਥੇ ਵਿੱਚੋਂ 5 ਤੀਰ ਦਿੱਤੇ ਹਨ। ਕਹਿਓ ਸਤਿਗੁਰੂ ਇਹ ਪੰਜ ਹੈ ਵੀਰ। ਸਤਿਗੁਰੂ ਕਹਿੰਦੇ ਬੰਦਾ ਸਿੰਘ ਬਹਾਦਰ, ਇਹ 5 ਤੀਰ ਨਾ ਸਮਝੀ, ਜਿਹੜੇ 5 ਵੀਰ ਨੇ ਨਾ, ਅਸੀਂ ਉਹ ਤੈਨੂੰ ਅੱਜ ਬਖਸ਼ਣ ਲੱਗੇ ਆ। ਇਹ 5 ਤੀਰ ਨਹੀਂ, ਇਹ 5 ਵੀਰ ਨੇ। ਇੱਕ ਅਗੰਮੀ ਸ਼ਕਤੀ ਹੈ ਜਿਹੜੀ ਤੈਨੂੰ ਬਖਸ਼ਿਸ਼ ਕਰਨ ਲੱਗੇ ਹਾਂ। ਬੜਾ ਲੋੜ ਜਿਤ ਵੱਲ ਤੋਹਿ ਆਏ। ਇਹ ਤੀਰ ਇਸ ਤਰ੍ਹਾਂ ਨਹੀਂ ਚਲਾਉਣੇ। ਜਦੋਂ ਤੈਨੂੰ ਬਹੁਤੀ ਲੋੜ ਹੋ ਜਾਏ ਨਾ, ਜਦੋਂ ਕਠਨ ਤੋਂ ਕਠਨ ਸਮਾਂ ਆ ਜਾਵੇ ਤੇ ਤੈਨੂੰ ਜਾਪੇ ਵੀ ਇਹ ਤੀਰ ਹੁਣ ਚਲਾਣੇ ਹਨ। ਮੈਂ ਤੇ ਇੱਕ ਦਹੀਂ ਚਲਾਏ। ਇਹਨਾਂ ਤੀਰਾਂ ਦੇ ਵਿੱਚੋਂ ਨਾ ਉਦੋਂ ਇੱਕ ਤੀਰ ਚਲਾ ਦਈ, ਫਿਰ ਤੇਰੀ ਮਦਦ ਹੋਵੇਗੀ। ਔੜ ਵਗੇ ਔੜ ਧੂੜ ਉਡਾਏ। ਇਹਨਾਂ ਤੀਰਾਂ ਦੇ ਚੱਲਣ ਦੇ ਨਾਲ ਪੌਣ ਚੱਲ ਪਏਗੀ, ਤੇਜ਼ ਹਵਾਵਾਂ ਚੱਲਣਗੀਆਂ, ਧੂੜ ਉੱਡ ਪਵੇਗੀ। ਦੁਸ਼ਮਨ ਦ੍ਰਿਸ਼ ਅੰਧ ਹੋਏ ਆਏ। ਜਿਹੜਾ ਦੁਸ਼ਮਣ ਅੰਨਾ ਹੋ ਜਾਏਗਾ ਉਹਨਾਂ ਨੂੰ ਦ੍ਰਿਸ਼ਟੀ ਕੁਝ ਨਹੀਂ ਆਵੇਗਾ। ਇਹ ਤੀਰਾਂ ਦਾ ਪ੍ਰਤਾਪ ਹੈ। ਇੱਕ ਅਜਿਹਾ ਤੀਰ ਜਿਹਦੇ ਚੱਲਣ ਦੇ ਨਾਲ ਠਾਰੀ ਪੈ ਜਾਂਦੀ ਸੀ, ਭਾਵ ਇੰਨੀ ਠੰਡ ਹੋ ਜਾਂਦੀ ਸੀ, ਦੁਸ਼ਮਣ ਦੇ ਹੱਥ ਜਕੜੇ ਜਾਂਦੇ ਸਨ, ਬਾਵਲੇ ਹੋ ਜਾਂਦੇ ਸਨ, ਕਮਲੇ ਹੋ ਜਾਂਦੇ ਸਨ। ਇਹੋ ਜਿਹੇ ਅਗੰਮੀ ਤੀਰ ਪਾਤਸ਼ਾਹ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਦਿੱਤੇ ਹਨ। ਉਲਟੇ ਫੌਜ ਪੌਣ ਪਲਟਾਏ। ਇਹਨਾਂ ਤੀਰਾਂ ਦੇ ਚੱਲਣ ਦੇ ਨਾਲ ਤੇਜ਼ੀ ਨਾਲ ਪੌਣ ਚੱਲੇਗੀ ਤੇ ਫੌਜਾਂ ਪਲਟ ਕੇ ਪਿਛਾਂ ਨੂੰ ਭੱਜ ਜਾਣਗੀਆਂ। ਦੁਸ਼ਮਨ ਮਾਰ ਫਤਿਹ ਜੰਗ ਪਾਏ। ਇਸ ਤਰ੍ਹਾਂ ਦੁਸ਼ਮਣ ਨੂੰ ਮਾਰ ਕੇ ਤੂੰ ਜੰਗ ਦੇ ਵਿੱਚ ਫਤਿਹ ਦੀ ਪ੍ਰਾਪਤੀ ਕਰ ਲਏਗਾ। ਦੋਹਰਾ ਜੋਏ ਸਿੱਖ ਤੁਮ ਆ ਮਿਲੇ ਤਿੰਨ ਤੋਂ ਲਈ ਮਿਲਾਏ। ਪੰਜਾਬ ਦੇ ਵਿੱਚ ਜਦੋਂ ਜਾਵੇਂਗਾ, ਜਿਹੜਾ ਵੀ ਸਿੱਖ ਤੈਨੂੰ ਆ ਕੇ ਮਿਲੇਗਾ, ਉਹਨਾਂ ਸਿੱਖਾਂ ਨੂੰ ਪਿਆਰ ਦੇ ਨਾਲ ਗੁਰੂ ਕੇ ਪੰਥ ਦੇ ਵਿੱਚ ਸ਼ਾਮਲ ਕਰ ਲੈਣਾ ਹੈ। ਆਦਰ ਦੇ ਦੇ ਭਾਤ ਪਲ ਆਗੇ ਦਿਓ ਚੜਾਏ। ਇਹ ਨਾ ਹੋਵੇ ਕਿ ਸਿੱਖ ਆਵਣ ਤੇ ਤੂੰ ਉਹਨਾਂ ਦੀ ਬੇਅਦਬੀ ਕਰੇ ਵੀ ਮੈਂ ਜਥੇਦਾਰ ਹਾਂ ਤੇ ਇਸ ਕਰਕੇ ਭਾਈ ਤੂੰ ਛੋਟਾ ਜਿਹਾ ਸਿੱਖ ਹੈ। ਨਹੀਂ, ਜਥੇਦਾਰੀ ਦੀ ਸੇਵਾ ਤੈਨੂੰ ਦਿੱਤੀ ਹੈ ਤੇ ਮੇਰਾ ਖਾਲਸਾ ਵੱਡਾ ਹੈ ਸਾਰਿਆਂ ਨਾਲੋਂ। ਕੋਈ ਵੀ ਸਿੱਖ ਆਵੇ ਸਾਰਿਆਂ ਨੂੰ ਆਦਰ ਸਤਿਕਾਰ ਦੇਣਾ, ਮਾਣ ਦੇਣਾ ਤੇ ਉਹਨਾਂ ਨੂੰ ਮੈਦਾਨੇ ਜੰਗ ਵਿੱਚ ਲੜਨ ਦੀ ਪ੍ਰੇਰਨਾ ਬਖਸ਼ਿਸ਼ ਕਰਨੀ ਹੈ। ਉਹ ਪਈ ਸਿੱਖ ਮਝਾੜਨ ਲਈ ਬੁਲਾਏ। ਇਸ ਪ੍ਰਕਾਰ ਮਾਝੇ ਦੇ ਇਲਾਕੇ ਦੇ ਜਿਹੜੇ ਸਿੱਖ ਨੇ ਉਹਨਾਂ ਨੂੰ ਵੀ ਬੁਲਾ ਲੈਣਾ ਹੈ। ਉਨਕੋ ਮੋਰੇ ਲੀਜੋ ਲਾਏ। ਮੇਰੇ ਪੰਜਾਬ ਦੇ ਸਿੱਖਾਂ ਨੂੰ ਮੋਹਰੇ ਲਾ ਲੈਣਾ ਮੈਦਾਨੇ ਜੰਗ ਵਿੱਚ। ਹੋਏ ਹੈ ਮਹਾਸੂਰ ਅਤ ਹਟੀ। ਉਹ ਜਿਹੜੇ ਮੇਰੇ ਸਿੰਘ ਸੂਰਬੀਰ ਯੋਧੇ ਨੇ, ਅਤਿਅੰਤ ਹਠੀ ਯੋਧੇ ਹਨ, ਜਿਹੜੇ ਮੈਦਾਨੇ ਜੰਗ ਵਿੱਚੋਂ ਪਿੱਛੇ ਨਹੀਂ ਹਟਦੇ। ਉਨਤੇ ਫੌਜ ਤੁਰਕ ਜਾਏ ਨਟੀ। ਜਦੋਂ ਮੈਦਾਨੇ ਜੰਗ ਵਿੱਚ ਜੂਝਦੇ ਨੇ ਤੇ ਤੁਰਕਾਂ ਦੀ ਫੌਜ ਉਹਨਾਂ ਨੂੰ ਵੇਖ ਕੇ ਨੱਠ ਜਾਂਦੀ ਹੈ। ਕਿਸੇ ਦੀ ਹਿੰਮਤ ਨਹੀਂ ਪੈਂਦੀ ਕਿ ਉਹਨਾਂ ਦਾ ਮੁਕਾਬਲਾ ਕਰ ਸਕੇ। ਹੋਏ ਹੈ ਸੂਰ ਮਹਾਬਲਵਾਨ। ਉਹ ਜਿਹੜੇ ਮੇਰੇ ਸਿੱਖ ਮਹਾਬਲਵਾਨ ਸੂਰਬੀਰ ਯੋਧੇ ਹਨ, ਪੈ ਹੈ ਸਤਿਗੁਰ ਮਿਹਰਬਾਨ। ਉਹਨਾਂ ਸਿੰਘਾਂ ਦੇ ਉੱਪਰ ਸਤਿਗੁਰੂ ਮਿਹਰਬਾਨ ਨੇ। ਅਸੀਂ ਬੜੇ ਦਿਆਲੂ ਹਾਂ, ਬੜੇ ਕਿਰਪਾਲੂ ਹਾਂ ਉਸ ਖਾਲਸੇ ਉੱਪਰ। ਹੋਏ ਹੈ ਗੁਰ ਨਿਜ ਪ੍ਰਾਣ ਕੇ ਪੂਰੇ। ਉਹ ਜਿਹੜੇ ਮੇਰੇ ਸਿੱਖ ਭਾਈ ਜੋ ਗੁਰੂ ਬਚਨ ਕਹਿ ਦਏ ਨਾ ਤੇ ਉਸ ਬਚਨ ਨੂੰ ਕਮਾਉਣ ਦਾ ਪ੍ਰਣ ਹਿਰਦੇ ਵਿੱਚ ਧਾਰਨ ਕਰ ਲੈਂਦੇ ਨੇ, ਪ੍ਰਣ ਦੇ ਪੂਰੇ ਸਿੱਖ ਹਨ। ਹੋਏ ਸੂਰਨ ਮੈਂ ਹੈ ਅਤ ਸੂਰੇ। ਉਹ ਜਿਹੜੇ ਮੇਰੇ ਸਿੱਖ ਸੂਰਮਿਆਂ ਵਿੱਚੋਂ ਸ਼੍ਰੋਮਣੀ ਸੂਰਮੇ ਹਨ, ਬਲਵਾਨ ਤਾਕਤਵਾਰ ਹਨ, ਜਿਨ੍ਹਾਂ ਦੇ ਸਮ ਸੰਸਾਰ ਵਿੱਚ ਹੋਰ ਕੋਈ ਯੋਧਾ ਨਹੀਂ ਹੈ। ਹੋਏ ਨਿਜ ਆਪਣੇ ਗੁਰ ਕੇ ਭਗਤ। ਉਹ ਜਿਹੜੇ ਮੇਰੇ ਸਿੰਘ ਆਪਣੇ ਗੁਰੂ ਦੇ ਭਗਤ, ਗੁਰੂ ਦੇ ਪ੍ਰੇਮੀ ਹਨ। ਉਨਮੇ ਹੈ ਸਭ ਹਮਰੀ ਸਕਤ। ਉਹਨਾਂ ਸਿੰਘਾਂ ਦੇ ਵਿੱਚ ਮੇਰੀ ਤਾਕਤ, ਮੇਰੀ ਸ਼ਕਤੀ, ਮੇਰੀ ਕਲਾ ਵਰਤਦੀ ਹੈ। ਉਨਕੋ ਹਮ ਬਖਸ਼ੀ ਗੁਰ ਆਏ। ਅਸੀਂ ਉਸ ਖਾਲਸੇ ਨੂੰ ਗੁਰਿਆਈ ਬਖਸ਼ਿਸ਼ ਕੀਤੀ ਹੈ, ਅਸੀਂ ਆਪਣਾ ਸਰੂਪ ਬਖਸ਼ਿਸ਼ ਕੀਤਾ ਹੈ। ਹਮ ਬਖਸ਼ੀ ਉਨ ਲਈ ਸਭਾਈ। ਅਸੀਂ ਖਾਲਸੇ ਨੂੰ ਗੁਰਿਆਈ ਬਖਸ਼ੀ ਹੈ ਤੇ ਮੇਰੇ ਖਾਲਸੇ ਨੇ ਮੇਰੀ ਗੁਰਿਆਈ ਨੂੰ ਸੰਭਾਲ ਕੇ ਰੱਖਿਆ ਹੈ। ਹਮ ਮੈਂ ਉਨ ਮੈਂ ਭੇਦ ਕਿਛ ਨਾਹੀ। ਬੰਦਾ ਸਿੰਘ ਸਾਡੇ ਵਿੱਚ ਤੇ ਮੇਰੇ ਖਾਲਸੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਭੇਦ, ਕੋਈ ਫਰਕ ਨਹੀਂ। ਖਾਲਸਾ ਮੇਰਾ ਹੈ, ਮੈਂ ਖਾਲਸੇ ਦਾ ਹਾਂ। ਉਨ ਮੈਂ ਹੈ ਹਮ ਓਏ ਹਮਰੇ ਮਾਹੇ। ਮੈਂ ਖਾਲਸੇ ਵਿੱਚ ਵਸਦਾ ਤੇ ਮੇਰਾ ਖਾਲਸਾ ਮੇਰੇ ਵਿੱਚ ਵਸਦਾ ਹੈ। ਐਸੇ ਬੰਦਾ ਦਿਓ ਸਮਝਾਏ।
ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ ਇਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਮਝਾ ਦਿੱਤਾ ਹੈ। ਚੰਗੀ ਵਿਦ ਵਹਿ ਚਹੇ ਕਮਾਏ। ਤੇ ਬਾਬਾ ਬੰਦਾ ਸਿੰਘ ਬਹਾਦਰ ਗੁਰੂ ਸਾਹਿਬ ਦੇ ਬਖਸ਼ਿਸ਼ ਕੀਤੇ ਹੋਏ ਉਪਦੇਸ਼ ਨੂੰ ਚੰਗੀ ਤਰ੍ਹਾਂ ਕਮਾਣਾ ਚਾਹੁੰਦਾ ਹੈ ਕਿ ਜਿਵੇਂ ਪਾਤਸ਼ਾਹ ਨੇ ਹੁਕਮ ਦਿੱਤਾ ਹੈ ਤੇ ਮੈਂ ਗੁਰੂ ਸਾਹਿਬ ਦੇ ਹੁਕਮਾਂ ਅਨੁਸਾਰ ਸੇਵਾ ਕਰ ਸਕਾਂ, ਇਹੋ ਜੀ ਭਾਵਨਾ ਉਹਨਾਂ ਹਿਰਦੇ ਵਿੱਚ ਧਾਰਨ ਕਰ ਲਈ ਹੈ। ਦੋਹਰਾ ਜਬ ਸਤਿਗੁਰ ਆਗਿਆ ਦੇ ਬੰਦੇ ਪੰਜਾਬੇ ਜਾਣ। ਮਹਾਰਾਜ ਕਲਗੀਧਰ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਦੋਂ ਪੰਜਾਬ ਜਾਣ ਦੀ ਆਗਿਆ ਬਖਸ਼ਿਸ਼ ਕੀਤੀ ਹੈ ਕਿ ਤੁਸੀਂ ਪੰਜਾਬ ਜਾਓ ਤੇ ਦੁਸ਼ਟਾਂ ਨੂੰ ਸੋਧਾ ਲਾ ਦੇਵੋ। ਸਾਹਿਬ ਜਾਦੇ ਜਿਨ ਘਏ ਤਿਨ ਕੋ ਕਰਨੋ ਕਹਾਣ। ਜਿਨ੍ਹਾਂ ਨੇ ਗੁਰੂ ਕੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਹੈ ਉਹਨਾਂ ਦੁਸ਼ਟਾਂ ਦਾ ਜਾ ਕੇ ਘਾਣ ਕਰ ਦੇਣਾ, ਨਾਸ਼ ਕਰ ਦੇਣਾ ਹੈ। ਜੋ ਪਈ ਜੋ ਜੋ ਆਗਿਆ ਸਤਿਗੁਰ ਦਈ। ਜਿਹੜੀ ਜਿਹੜੀ ਆਗਿਆ ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ ਬੰਦਾ ਸਿੰਘ ਨੂੰ ਬਖਸ਼ਿਸ਼ ਕੀਤੀ ਹੈ ਸੋ ਬੰਦੇ ਕਾਗਜ਼ ਲਿਖ ਲਏ। ਸਤਿਗੁਰਾਂ ਦੇ ਉਹ ਹੁਕਮ ਬਾਬਾ ਬੰਦਾ ਸਿੰਘ ਜੀ ਨੇ ਕਾਗਜ਼ ਉੱਪਰ ਲਿਖ ਲਏ। ਜੋ ਜੋ ਆਗਿਆ ਦਿੱਤੀ ਉਹਨਾਂ ਲਿਖ ਲਈ ਵੀ ਕੋਈ ਗੱਲ ਰਹਿ ਨਾ ਜਾਵੇ। ਹਮਰੇ ਸੰਗ ਭੇਜਿਓ ਸੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਆਪ ਜੀ ਮੇਰੇ ਨਾਲ ਉਹਨਾਂ ਨੂੰ ਭੇਜ ਦਿਓ ਬਤਾਵੇ ਸਿੱਖਿਆ ਸਿੱਖੀ ਜੋ। ਜਿਹੜੇ ਸਿੱਖ ਮੈਨੂੰ ਖਾਲਸੇ ਪੰਥ ਦੀ ਮਰਿਆਦਾ ਦੱਸ ਸਕਣ, ਕਿਉਂਕਿ ਬੈਰਾਗੀ ਸਨ ਨਾਲੇ ਪੰਥ ਦੀ ਮਰਿਆਦਾ ਪਤਾ ਨਹੀਂ ਸੀ ਉਹਨਾਂ ਨੂੰ ਵੀ ਕਿਵੇਂ ਪੰਥ 'ਚ ਵਿਚਰਨਾ ਹੈ ਤੇ ਪੰਥ ਕਿਵੇਂ ਆਪਣੀ ਮਰਿਆਦਾ ਨੂੰ ਨਿਭਾਉਂਦਾ ਹੈ। ਤਾਂ ਕਰਕੇ ਬਾਬਾ ਬੰਦਾ ਸਿੰਘ ਨੇ ਬੇਨਤੀ ਕੀਤੀ ਵੀ ਇਹੋ ਜਿਹੇ ਸਿੰਘ ਮੈਨੂੰ ਦੇ ਦਿਓ ਜਿਹੜੇ ਮੈਨੂੰ ਖਾਲਸੇ ਪੰਥ ਦੀ ਮਰਿਆਦਾ ਸਿੱਖੀ ਦੀ ਜਿਹੜੀ ਸਿੱਖਿਆ ਬਖਸ਼ਿਸ਼ ਕਰ ਦੇਣ। ਤਬ ਗੁਰ ਸਿੰਘ ਮਝੈਲ ਲਾਏ। ਸੋ ਉਸ ਵਕਤ ਮਹਾਰਾਜ ਨੇ ਮਾਝੇ ਦੇ ਕੁਝ ਸਿੱਖ ਸਨ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਰਲਾ ਦਿੱਤੇ। ਬਾਬੇ ਵਿਨੋਦ ਸਿੰਘ ਕਾਨ ਸਿੰਘ ਚੜਾਏ। ਮਹਾਰਾਜ ਕਲਗੀਧਰ ਦਸ਼ਮੇਸ਼ ਪਿਤਾ ਜੀ ਦਾ ਹਜ਼ੂਰੀ ਸਿੱਖ ਸੀ ਬਾਬਾ ਵਿਨੋਦ ਸਿੰਘ ਤੇ ਤਤ ਖਾਲਸਾ ਜਿਹੜਾ ਬੁੱਢਾ ਦਲ ਉਹਦੇ ਜਥੇਦਾਰ ਸਨ ਪਹਿਲੇ ਬਾਬਾ ਵਿਨੋਦ ਸਿੰਘ ਜੀ। ਇਸ ਤਰ੍ਹਾਂ ਬਾਬਾ ਵਿਨੋਦ ਸਿੰਘ ਜੀ ਨੂੰ ਭੇਜ ਦਿੱਤਾ। ਗੁਰੂ ਅੰਗਦ ਦੇ ਮਹਾਰਾਜ ਦੀ ਅੰਸ਼ ਬੰਸ ਵਿੱਚੋਂ ਤ੍ਰਿਣ ਕੁਲ ਵਿੱਚੋਂ ਸਨ ਤੇ ਦੂਸਰੇ ਜਿਹੜੇ ਸਿੱਖ ਸਨ ਬਾਬਾ ਕਾਨ ਸਿੰਘ ਜੀ। ਇਸੇ ਪ੍ਰਕਾਰ ਜਿਹੜੇ ਬਾਬਾ ਕਾਨ ਸਿੰਘ ਜੀ ਸਨ ਇਹ ਵੀ ਤ੍ਰਿਣ ਕੁਲ ਵਿੱਚੋਂ ਸਨ। ਦਇਆ ਸਿੰਘ ਔਨੈਨ ਸਿੰਘ ਭਲੇ। ਬਾਬਾ ਕਾਨ ਸਿੰਘ ਜੀ ਬਾਬਾ ਵਿਨੋਦ ਸਿੰਘ ਦੇ ਸੁਪੁੱਤਰ ਸਨ। ਇਸ ਤਰ੍ਹਾਂ ਭਾਈ ਦਇਆ ਸਿੰਘ ਤੇ ਭਾਈ ਜਿਹੜੇ ਔਨਨ ਸਿੰਘ ਸਨ ਇਹ ਗੁਰੂ ਅਮਰਦਾਸ ਮਹਾਰਾਜ ਦੀ ਅੰਸ਼ ਬੰਸ ਵਿੱਚੋਂ ਸਨ, ਭੱਲੇ ਸਨ। ਇਸੇ ਪ੍ਰਕਾਰ ਮਹਾਰਾਜ ਸਤਿਗੁਰੂ ਜੀ ਨੇ ਇਹਨਾਂ ਨੂੰ ਵੀ ਨਾਲ ਭੇਜਿਆ ਹੈ। ਇਹ ਹਜੂਰ ਭੁਜੰਗੀ ਸੰਗ ਬੰਦੇ ਕੱਲੇ। ਇਹ ਜਿਹੜੇ ਸਤਿਗੁਰਾਂ ਦੇ ਹਜ਼ੂਰੀ ਤੇ ਬੜੇ ਪ੍ਰੇਮ ਵਾਲੇ ਤੇ ਨਿਕਟਵਰਤੀ ਸਿੱਖ ਸਨ ਜਿਹੜੇ ਗੁਰੂ ਸਾਹਿਬ ਜੀ ਨੇ ਬੰਦਾ ਸਿੰਘ ਬਹਾਦਰ ਦੇ ਨਾਲ ਭੇਜੇ ਹਨ। ਬਾਜ ਸਿੰਘ ਬਲ ਮੀਰਪੁਰ ਪੱਟੀ ਵਾਰੋ। ਪੱਟੀ ਦੇ ਇਲਾਕੇ ਦੇ ਵਿੱਚ ਮੀਰਪੁਰ ਇੱਕ ਨਗਰ ਪੈਂਦਾ ਹੈ। ਉਸ ਨਗਰ ਵਿੱਚ ਰਹਿਣ ਵਾਲੇ ਬਲਗੂਤ ਦੇ ਇੱਕ ਸਿੱਖ ਸਨ ਬਾਬਾ ਬਾਜ ਸਿੰਘ ਜੀ। ਇਸ ਤਰ੍ਹਾਂ ਬਾਬਾ ਵਿਨੋਦ ਸਿੰਘ, ਬਾਬਾ ਕਾਨ ਸਿੰਘ, ਬਾਬਾ ਦਇਆ ਸਿੰਘ, ਬਾਬਾ ਔਨਨ ਸਿੰਘ ਤੇ ਬਾਬਾ ਬਾਜ ਸਿੰਘ ਇਹ ਪੰਜ ਪਿਆਰਿਆਂ ਦਾ ਜਿਹੜਾ ਜਥਾ ਕਲਗੀਧਰ ਜੀ ਨੇ ਥਾਪ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਦੇ ਦਿੱਤਾ ਹੈ। ਸਤਿਗੁਰ ਸੰਗ ਦੇ ਭਾਈਚਾਰੋ। ਇਸੇ ਪ੍ਰਕਾਰ ਕਹਿੰਦੇ ਭਾਈ ਬਾਜ ਸਿੰਘ ਹਰੀ ਚਾਰ ਭਰਾ ਸਨ ਤੇ ਉਹ ਚਾਰੇ ਦੇ ਚਾਰੇ ਭਰਾ ਜਿਹੜੇ ਨਾਲ ਭੇਜ ਦਿੱਤੇ ਹਨ। ਹੋਰ ਚੜਾਏ ਬੜ ਸਿੱਧਕ ਵਾਰੇ। ਇਸ ਤੋਂ ਇਲਾਵਾ ਹੋਰ ਵੀ ਜਿਹੜੇ ਸਿੱਧਕੀ ਸਿੱਖ ਸਨ ਉਹਨਾਂ ਨੂੰ ਵੀ ਨਾਲ ਭੇਜ ਦਿੱਤਾ। ਰਹਿਤ ਹਜੂਰ ਤੇ ਗੁਰੂ ਪਿਆਰੇ। ਜਿਹੜੇ ਗੁਰੂ ਸਾਹਿਬ ਦੇ ਪਿਆਰੇ ਅਨਨ ਸਿੱਖ ਸਨ ਤੇ ਸਦਾ ਹੀ ਮਹਾਰਾਜ ਦੀ ਹਜ਼ੂਰੀ ਵਿੱਚ ਰਹਿੰਦੇ ਸਨ ਉਹਨਾਂ ਪ੍ਰੇਮੀ ਸਿੱਖਾਂ ਨੂੰ ਨਾਲ ਭੇਜਿਆ ਹੈ। ਮਝੈਲ ਸਿੱਖਨ ਕੋ ਲਿਖੀ ਅਰਦਾਸ। ਤੇ ਜਿਹੜੇ ਮਾਝੇ ਦੇ ਇਲਾਕੇ ਦੇ ਸਿੱਖ ਸਨ ਉਹਨਾਂ ਨੂੰ ਵੀ ਮਹਾਰਾਜ ਨੇ ਹੁਕਮਨਾਮਾ ਲਿਖ ਦਿੱਤਾ ਹੈ। ਇਕ ਆਇਓ ਬੰਦੇ ਕਹੀ ਪਾਸ। ਹੁਕਮਨਾਮੇ ਵਿੱਚ ਲਿਖਿਆ ਵੀ ਭਾਈ ਜਦੋਂ ਵੀ ਸਾਡਾ ਹੁਕਮਨਾਮਾ ਤੁਸੀਂ ਵੇਖੋ ਤੇ ਹੁਕਮਨਾਮਾ ਵੇਖਦਿਆਂ ਤਿਆਰ ਬਰ ਤਿਆਰ ਹੋ ਕੇ ਮਾਝੇ ਦੇ ਜਿੰਨੇ ਵੀ ਸਿੱਖ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਦੇ ਵਿੱਚ ਪਹੁੰਚ ਜਾਣ। ਜੋ ਹੈ ਦੋਖੇ ਖਾਲਸੇ ਭਾਰੇ। ਇਸ ਤਰ੍ਹਾਂ ਪੰਜਾਬ ਦੇ ਵਿੱਚ ਜਿਹੜੇ ਜਿਹੜੇ ਖਾਲਸੇ ਦੇ ਦੋਖੀ ਨੇ ਜਿਨ੍ਹਾਂ ਨੇ ਖਾਲਸੇ ਨੂੰ ਸਜ਼ਾ ਦਿੱਤੀ, ਸਿੰਘ ਸ਼ਹੀਦ ਕੀਤੇ ਹਨ, ਸਾਹਿਬਜ਼ਾਦੇ ਹੈ ਮਾਰੇ। ਜਿਨ੍ਹਾਂ ਨੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਹੈ। ਕਰਿਓ ਕੋਟ ਨਿਜ
ਪਰਬਤ ਵਾਰਨ। ਤੇ ਜਿਹੜੇ ਪਰਬਤੀ ਨੇ ਜਿਨ੍ਹਾਂ ਨੇ ਸੋਹਾਂ ਖਾ ਕੇ ਆਨੰਦਪੁਰ ਸਾਹਿਬ ਦੇ ਵਿੱਚ ਫਿਰ ਵੀ ਸਿੱਖਾਂ ਦੇ ਉੱਪਰ ਹਮਲਾ ਕੀਤਾ, ਅਨੇਕਾਂ ਸਿੱਖਾਂ ਨੂੰ ਸ਼ਹੀਦ ਕੀਤਾ ਹੈ, ਕੋ ਲੂਟੋ ਖੂਬ ਪਹਾਰਨ। ਇਹਨਾਂ ਸਾਰਿਆਂ ਦਾ ਨਾਸ਼ ਕਰ ਦੇਣਾ ਹੈ। ਪਹਾੜੀ ਇਲਾਕਾ ਲੁੱਟ ਲੈਣਾ, ਸਰਹੰਦ ਸਮਾਣਾ ਸਢੋਰਾ ਉਜਾੜ ਦੇਣਾ ਹੈ। ਜਮ ਬਜੀਦੇ ਲੀਜੋ ਮਾਰ। ਸਭ ਤੋਂ ਪਹਿਲਾਂ ਜਿਹੜਾ ਸੂਬਾ ਸਰਹੰਦ ਵਜ਼ੀਰ ਖਾਂ ਹੈ ਉਹਨੂੰ ਮਾਰ ਦੇਣਾ ਹੈ। ਬਹੁਤ ਮੁਰਦਾ ਤੇ ਕਰਿਓ ਖਵਾਰ। ਜੇ ਉਹ ਮਰ ਵੀ ਜਾਏ ਨਾ ਤੇ ਉਹਦਾ ਜਿਹੜਾ ਸਰੀਰ ਹੋਵੇਗਾ, ਉਹਦੀ ਲੋਥ ਹੋਵੇਗੀ, ਉਹਨੂੰ ਵੀ ਖੁਆਰ ਕਰਨਾ, ਉਹਨੂੰ ਪਤਾ ਲੱਗੇ ਕਿ ਮੈਂ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ, ਬੜਾ ਵੱਡਾ ਪਾਪ ਕੀਤਾ, ਉਹਨੂੰ ਆਪਣੇ ਕੀਤੇ ਹੋਏ ਪਾਪ ਦਾ ਫਲ ਜਿਹੜਾ ਉਹ ਪ੍ਰਾਪਤ ਹੋਣਾ ਚਾਹੀਦਾ ਹੈ। ਜੋ ਪਈ ਰਬੈ ਖਾਲਸੇ ਕਰੀ ਅਰਦਾਸ। ਜਦੋਂ ਇਸ ਤਰ੍ਹਾਂ ਮਹਾਰਾਜ ਨੇ ਬਾਬਾ ਵਿਨੋਦ ਸਿੰਘ ਹਰੀ ਹੋਰ ਜਿਹੜੇ ਮੁਖੀ ਸਿੰਘ ਸਨ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਤੋਰ ਦਿੱਤੇ, ਤੇ ਉਦੋਂ ਸਾਰੇ ਖਾਲਸੇ ਨੇ ਹੱਥ ਜੋੜ ਕੇ ਅਰਦਾਸ ਕੀਤੀ ਹੈ। ਹੱਥ ਜੋੜ ਸਿਰੇ ਸਤਿਗੁਰ ਪਾਸ। ਦੋਨੇ ਹੱਥ ਜੋੜ ਕੇ ਖਾਲਸਾ ਸਤਿਗੁਰਾਂ ਦੇ ਪਾਸ ਖਲੋ ਗਿਆ ਤੇ ਬੇਨਤੀ ਕਰਦਾ ਹੈ, ਹਜੂਰੋ ਪਾਤਸ਼ਾਹੀ ਖਾਲਸੇ ਦਈ। ਹੇ ਹਜ਼ੂਰ, ਹੇ ਸਤਿਗੁਰੂ, ਆਪ ਜੀ ਨੇ ਜਿਹੜੀ ਪਾਤਸ਼ਾਹੀ ਹੈ ਆਪਣੇ ਖਾਲਸੇ ਨੂੰ ਬਖਸ਼ਿਸ਼ ਕੀਤੀ ਹੈ, ਤੇ ਹਰ ਪ੍ਰਕਾਰ ਦਾ ਫੈਸਲਾ ਲੈਣਾ, ਹਰ ਪ੍ਰਕਾਰ ਦੀ ਮਰਿਆਦਾ ਨੂੰ ਨਿਭਾਉਣਾ, ਇਹ ਸਭ ਕੁਝ ਆਪ ਜੀ ਨੇ ਖਾਲਸੇ ਨੂੰ ਬਖਸ਼ਿਆ ਹੈ। ਗੁਰੂ ਮੁਕੋ ਕਈ ਵਾਰ ਬਖਸ਼ਈ। ਤੇ ਸਤਿਗੁਰੂ ਜਿਹੜੀ ਪਾਤਸ਼ਾਹੀ ਹੈ ਨਾ, ਆਪ ਜੀ ਨੇ ਕਈ ਵਾਰੀ ਬਚਨ ਕਹਿ ਕੇ ਖਾਲਸੇ ਨੂੰ ਬਖਸ਼ੀ ਹੈ। ਜਦੋਂ ਵੀ ਮੌਕਾ ਮਿਲਦਾ ਖੁਸ਼ ਹੁੰਦੇ, ਦਇਆ ਦੇ ਘਰ ਵਿੱਚ ਆਉਂਦੇ ਕਲਗੀਧਰ ਜੀ, ਤੇ ਖਾਲਸੇ ਨੂੰ ਪਾਤਸ਼ਾਹੀ ਦਾ ਵਰ ਦਿੰਦੇ ਵੀ ਤੁਹਾਡੀ ਪਾਤਸ਼ਾਹੀ ਹੋਵੇਗੀ, ਤੁਹਾਡਾ ਆਪਣਾ ਰਾਜ ਹੋਵੇਗਾ, ਤੇ ਤੁਸੀਂ ਪ੍ਰਪੱਕ ਰਹਿਣਾ ਗੁਰੂ ਘਰ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਤੇ ਨਿਸ਼ਾਨ ਸਾਹਿਬ ਦੇ ਤਾਬਿਆਦਾਰ ਬਣ ਕੇ ਰਹਿਣਾ, ਸਦਾ ਏਕਤਾ ਦੇ ਵਿੱਚ ਤੇ ਤਿਆਰ ਬਰ ਤਿਆਰ ਰਹਿਣਾ, ਕੱਚੇ ਪਿੱਲੇ ਨਹੀਂ ਬਣਨਾ। ਮਹਾਰਾਜ ਦਾ ਹੁਕਮ ਹੋਇਆ ਸੀ ਨਾ ਸਤਿਗੁਰੂ ਕਲਗੀਧਰ ਜੀ ਦਾ, ਵੀ ਜਿੰਨੀ ਦੇਰ ਤੱਕ ਖਾਲਸਾ ਮੇਰੇ ਬਚਨਾਂ ਨੂੰ ਕਮਾਏਗਾ ਓਨੀ ਦੇਰ ਤੱਕ ਤਾਂ ਮੈਂ ਖਾਲਸੇ ਦੀ ਪੈਰਵਾਈ ਕਰਾਂਗਾ, ਖਾਲਸੇ ਦੇ ਨਾਲ ਰਵਾਂਗਾ, ਅੰਗ ਸੰਗ ਰਵਾਂਗਾ। ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਹੁਣ ਕੀ ਹੋਇਆ, ਕਿੱਥੇ ਗਿਆ ਸਾਡਾ ਨਿਆਰਾਪਣ? ਖਤਮ ਹੋ ਗਿਆ ਨਾ। ਜਿਨ੍ਹਾਂ ਦੇ ਕੋਲ ਨਿਆਰਾਪਣ ਹੈ, ਨਿਹੰਗ ਸਿੰਘ ਜਥੇਬੰਦੀਆਂ, ਹੋਰ ਜਥੇਬੰਦੀਆਂ, ਉਹਨਾਂ ਨੂੰ ਤਾਂ ਅਸੀਂ ਨਿੰਦੀ ਜਾਂਦੇ ਹਾਂ, ਜਿਨ੍ਹਾਂ ਨੇ ਅੱਜ ਵੀ ਨਿਆਰਾਪਣ ਰੱਖਿਆ ਹੋਇਆ, ਤੇ ਅਸੀਂ ਰਲ ਕੇ ਕੱਚੇ ਪਿੱਲਿਆਂ ਦੇ ਵਿੱਚ ਤੇ ਅਸੀਂ ਨਿੰਦਿਆ ਉਹਨਾਂ ਦੀ ਕਰੀ ਜਾਂਦੇ ਹਾਂ। ਮਹਾਰਾਜ ਖੁਸ਼ ਕਿਹਨਾਂ ਤੇ ਨੇ? ਜਿਨ੍ਹਾਂ ਕੋਲ ਨਿਆਰਾਪਣ ਹੈ। ਗੁਰੂ ਕਾ ਪੰਥ ਜਥੇਬੰਦੀਆਂ, ਉਹ ਅਸਲੀ ਪੰਥ ਹੈ ਗੁਰੂ ਕਾ। ਹਜ਼ੂਰ ਸਾਹਿਬ ਮਹਾਰਾਜ ਵਰਤਦੇ, ਉਹਨਾਂ ਨਿਆਰਾਪਣ ਰੱਖਿਆ, ਗੁਰੂ ਦੀ ਮਰਿਆਦਾ ਰੱਖੀ ਹੈ। ਸਤਿਗੁਰੂ ਕਲਗੀਧਰ ਪ੍ਰਤੱਖ ਵਰਤਦੇ ਨੇ, ਨੰਦੇੜ ਦੀ ਧਰਤੀ ਤੇ ਸ੍ਰੀ ਅਫਜ਼ਲ ਨਗਰ ਸਾਹਿਬ ਵਰਤਦੇ ਨਾ ਮਹਾਰਾਜ। ਨਿਆਰਾਪਣ ਦਿੱਤਾ ਸੀ ਮਹਾਰਾਜ ਨੇ, ਪਰ ਅਸੀਂ ਗਵਾ ਲਿਆ। ਮਹਾਰਾਜ ਕਹਿੰਦੇ ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਇਹਨਾਂ ਨੂੰ ਮੈਂ ਆਪਣਾ ਪ੍ਰਤਾਪ ਬਖਸ਼ਿਸ਼ ਕਰਾਂਗਾ। ਤੇਜ ਦਾ ਆਖਰੀ ਅਰਥ ਹੈ ਪ੍ਰਤਾਪ, ਕਲਾ ਗੁਰੂ ਦੀ। ਪਰ ਫਿਰ ਕੀ ਬਚਨ ਹੋਇਆ, ਜਾਵੇ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨ ਕੀ ਪ੍ਰਤੀਤ। ਜਦੋਂ ਵਿਪਰਵਾਦ ਅਸੀਂ ਗ੍ਰਹਿਣ ਕਰ ਲਵਾਂਗੇ ਨਾ, ਮਹਾਰਾਜ ਕਹਿੰਦੇ ਫਿਰ ਮੈਂ ਤੁਹਾਡੇ ਤੇ ਮੈਂ ਮਾਣ ਨਹੀਂ ਕਰ ਸਕਦਾ। ਜਾਵੇ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨ ਕੀ ਪ੍ਰਤੀਤ। ਪ੍ਰਤੀਤ ਦਾ ਆਖਰੀ ਅਰਥ ਹੁੰਦਾ ਵਿਸ਼ਵਾਸ। ਹੁਣ ਉਹ ਜਿਹੜਾ ਵਿਪਰਵਾਦ ਅਸਾਂ ਧਾਰਨ ਕਰ ਲਿਆ, ਅਸੀਂ ਜਥੇਬੰਦੀਆਂ ਦੀ ਮਰਿਆਦਾ ਨੂੰ ਵਿਪਰਵਾਦ ਕਹਿੰਦੇ ਹਾਂ। ਜਥੇਬੰਦੀਆਂ ਦੀ ਮਰਿਆਦਾ ਨੂੰ ਵਿਪਰਵਾਦ ਕਹਿ ਰਹੇ ਹਾਂ ਨਾ, ਉਹ ਵਿਪਰਵਾਦ ਨਹੀਂ, ਉਹ ਮਰਿਆਦਾ ਪੰਥ ਦੀ ਹੈ। ਆਖੇ ਜੀ ਮੈਂ ਤੁਹਾਨੂੰ ਕੁਝ ਉਦਾਹਰਨਾਂ ਦੇ ਦਿੰਦਾ ਵੀ ਗੁਰੂ ਘਰ 'ਚ ਜੋਤ ਲਾ ਲਈ, ਨਾਰੀਅਲ ਰੱਖ ਲਿਆ, ਵਿਪਰਵਾਦ ਹੋ ਗਿਆ। ਅਖੰਡ ਪਾਠ ਸਾਹਿਬ ਕਰਨਾ ਵਿਪਰਵਾਦ ਹੋ ਗਿਆ। ਸੁਚਮਤਾਈ ਰੱਖਣੀ ਵਿਪਰਵਾਦ ਹੋ ਗਿਆ। ਵਿਵੇਕ ਦਾ ਲੰਗਰ ਤਿਆਰ ਕਰਨਾ ਵਿਪਰਵਾਦ ਹੋ ਗਿਆ। ਯਾਨੀ ਕਿ ਬਹੁਤ ਸਾਰੀਆਂ ਮਰਿਆਦਾ ਨੇ ਜਿਨ੍ਹਾਂ 'ਤੇ ਕਿੰਤੂ ਕੀਤਾ ਜਾਂਦਾ ਹੈ, ਵਿਪਰਵਾਦ ਹੈ। ਮੈਨੂੰ ਇੱਕ ਚੀਜ਼ ਦੱਸੋ, ਜਿਹੜਾ ਬ੍ਰਾਹਮਣ ਹੈ ਉਹ ਆਪਣਾ ਧਰਮ ਕਮਾਉਂਦਾ ਹੈ, ਕੀ ਨਾਰੀਅਲ ਇਕੱਲੇ ਬ੍ਰਾਹਮਣ ਦਾ? ਤੁਸੀਂ ਨਹੀਂ ਖਾਂਦੇ? ਜੋਤ ਗੁਰੂ ਘਰ 'ਚ ਜਗਦੀ ਹੈ, ਸ਼ਹੀਦਾਂ ਦੀ ਜੋਤ ਜਗਦੀ ਹੈ, ਦੁਹਨਵਾਰ ਸਾਹਿਬ ਜਗ ਰਹੀ, ਉਦੋਂ ਦੀ ਜਗ ਰਹੀ ਜਦੋਂ ਦਾ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇੱਥੇ ਚਰਨ ਪਾਏ ਤੇ ਅਸਥਾਨ ਬਣਿਆ। ਅਨੰਦਪੁਰ ਸਾਹਿਬ, ਹਰਿਮੰਦਰ ਸਾਹਿਬ, ਹਜ਼ੂਰ ਸਾਹਿਬ, ਸਾਰੇ ਅਸਥਾਨਾਂ 'ਤੇ ਜਿੰਨੇ ਇਤਿਹਾਸਕ ਸਥਾਨ ਨੇ, ਇਤਿਹਾਸ ਵਿੱਚ ਜ਼ਿਕਰ ਵੀ ਆਉਂਦਾ ਕਈ ਥਾਵਾਂ 'ਤੇ। ਹੁਣ ਮੈਂ ਬਹੁਤੀਆਂ ਉੱਥੋਂ ਦੀਆਂ ਉਦਾਹਰਨਾਂ ਨਹੀਂ ਦੇ ਸਕਦਾ ਜਿੱਥੇ ਜਿੱਥੇ ਇਹਨਾਂ ਦਾ ਜ਼ਿਕਰ ਆਉਂਦਾ। ਅਤੇ ਦੀਪ ਜਗਾਉਣਾ,
ਇਹ ਗੁਰੂ ਘਰ ਦੀ ਮਰਿਆਦਾ ਸੀ, ਅਸੀਂ ਵਿਪਰਵਾਦ ਕਹਿਤਾ। ਤੇ ਕੀ ਗੱਲ ਵੀ ਭਾਈ, ਜੇ ਬ੍ਰਾਹਮਣ ਨੇ ਦੀਵਾ ਜਗਾ ਲਿਆ ਤੇ ਅਸੀਂ ਘਰ 'ਚ ਜਗਾ ਲਿਆ ਤੇ ਉਹਦੀ ਮਰਿਆਦਾ ਹੈ, ਤੇ ਸਾਡਾ ਬ੍ਰਾਹਮਣਵਾਦ ਹੋ ਗਿਆ। ਲਾਈਟ ਬ੍ਰਾਹਮਣ ਦੇ ਘਰ ਵਿੱਚ ਵੀ ਜਗਦੀ ਹੈ, ਸਾਡੇ ਘਰ ਵਿੱਚ ਜਗਦੀ, ਜਾਂ ਤਾਂ ਤੁਸੀਂ ਬੁਝਾ ਦਿਓ ਵੀ ਉਹ ਜਗਾਈ ਬੈਠਾ, ਅਸੀਂ ਨਹੀਂ ਜਗਾਉਂਦੇ, ਇਹਦਾ ਬ੍ਰਾਹਮਣਵਾਦ ਹੈ। ਬ੍ਰਾਹਮਣ ਪਾਣੀ ਪੀਂਦਾ, ਪ੍ਰਸ਼ਾਦਾ ਛਕਦਾ, ਸਾਰੀ ਕਿਰਿਆ ਕਰਦਾ, ਜਾਂ ਤਾਂ ਤੁਸੀਂ ਉਹਨਾਂ ਵਾਲੇ ਸਾਰੇ ਕੰਮ ਛੱਡ ਦਿਓ ਵੀ ਅੱਜ ਤੋਂ ਬਾਅਦ ਆਪਾਂ ਪ੍ਰਸ਼ਾਦਾ ਨਹੀਂ ਜੇ ਛਕਣਾ। ਕਿਉਂ? ਬ੍ਰਾਹਮਣ ਛਕਦੇ ਨੇ। ਵੀ ਅੱਜ ਤੋਂ ਬਾਅਦ ਆਪਾਂ ਨਹਾਉਣਾ ਕੋਈ ਨਹੀਂ, ਆਪਾਂ ਪੈਸਾ ਵੀ ਨਹੀਂ ਕਮਾਉਣਾ, ਆਪਾਂ ਘਰ 'ਚ ਵੀ ਨਹੀਂ ਰਹਿਣਾ, ਆਪਾਂ ਸ਼ਮਾਨ ਥੱਲੇ ਰਵਾਂਗੇ। ਕਿਉਂ? ਬ੍ਰਾਹਮਣ ਰਹਿੰਦਾ ਘਰ ਵਿੱਚ। ਜਾਂ ਤਾਂ ਫਿਰ ਸਾਰੀ ਮਰਿਆਦਾ ਕਮਾਓ, ਫਿਰ ਜੋ ਉਹ ਕਰਦੇ ਨੇ ਉਹ ਅਸੀਂ ਵੀ ਕਰੀ ਜਾਂਦੇ ਹਾਂ। ਮੈਨੂੰ ਇੱਕ ਚੀਜ਼ ਸਮਝ ਨਹੀਂ ਆਉਂਦੀ ਵੀ ਜੋ ਉਹ ਕਰਦੇ ਨੇ ਅਸੀਂ ਆਪਣੀ ਦੁਨਿਆਵੀ ਜ਼ਿੰਦਗੀ 'ਚ ਉਹ ਸਾਰਾ ਕੁਝ ਕਰਦੇ ਹਾਂ, ਫਿਰ ਗੁਰੂ ਘਰ ਦੀ ਮਰਿਆਦਾ 'ਤੇ ਕਿੰਤੂ ਪਰੰਤੂ ਕਿਉਂ ਹੈ? ਇਹ ਨਹੀਂ ਸਮਝ ਆਉਂਦਾ। ਅੱਜ ਤੱਕ ਕਿਸੇ ਮਹਾਂਪੁਰਸ਼ ਨੇ ਇੰਨਾ ਕਿੰਤੂ ਪਰੰਤੂ ਨਹੀਂ ਕੀਤਾ ਜਿੰਨਾ ਅੱਜ ਕੱਲ੍ਹ ਸਾਡੇ ਅਨਪੜ੍ਹਾਂ ਨੇ ਕਰਨਾ ਸ਼ੁਰੂ ਕਰ ਦਿੱਤਾ ਹੈ। ਬੜੇ ਲਿਖੇ ਅਨਪੜ੍ਹ ਬਣ ਗਏ ਨਾ। ਕਿਉਂ? ਮਸ਼ਕੀਨ ਜੀ ਇੱਕ ਵਚਨ ਕਹਿੰਦੇ ਸਨ, ਕਹਿੰਦੇ ਜਿਹੜੇ ਇਹ ਥੋੜ੍ਹਾ ਜਿਹਾ ਜ਼ਿਆਦਾ ਪੜ੍ਹ ਜਾਂਦੇ ਨਾ, ਵੈਸੇ ਜ਼ਿਆਦਾ ਜੂਦੇ ਤਾਂ ਕੋਈ ਨਹੀਂ ਪੜ੍ਹੇ, 6 ਮਹੀਨੇ 'ਚ ਪ੍ਰਚਾਰਕ ਬਣ ਜਾਂਦੇ ਨੇ। ਇਹ ਉਹ ਲੋਕ ਨੇ ਜਿਹੜੇ ਨਾ ਤਾਂ ਅਨਪੜ੍ਹ ਨੇ ਨਾ ਹੀ ਪੜ੍ਹੇ ਨੇ, ਇਹ ਵਿੱਚ ਵਿਚਾਲੇ ਨੇ, ਬਸ ਇਹ ਕੜੇ ਹੀ ਨੇ। 2-4 ਲੈਕਚਰ ਯਾਦ ਕਰ ਲਏ ਤੇ ਚਲੋ ਜੀ ਪ੍ਰਚਾਰਕ ਬਣ ਗਏ। ਤੇ ਪ੍ਰਚਾਰਕਾਂ ਦੇ ਸਟੇਜ 'ਤੇ ਬਹਿ ਕੇ ਬਸ ਨਿੰਦਿਆ ਹੀ ਕਰੀ ਜਾਣੀ, ਕਦੀ ਸੰਤ ਨੂੰ ਧੂ ਲਿਆ ਤੇ ਕਦੀ ਮਰਿਆਦਾ ਨੂੰ ਧੂ ਲਿਆ, ਵੀ ਬਾਹਮਣ ਬਾਹਮਣ ਬਾਹਮਣ, ਬਸ ਹੋਰ ਕੁਛ ਹੈ ਸਾਡੇ ਕੋਲ? ਕਦੀ ਪੁਜਾਰੀ ਪੁਜਾਰੀ ਪੁਜਾਰੀ, ਹੋਰ ਕੀ ਹੈ ਸਾਡੇ ਕੋਲ? ਇਹੀ ਕੁਝ ਰਹਿ ਗਿਆ ਨਾ। 2-2 3-3 ਘੰਟੇ ਦਾ ਦੀਵਾਨ ਲਾ ਕੇ ਬਸ ਪੁਜਾਰੀ ਪੁਜਾਰੀ ਗਾਈ ਜਾਣਾ। ਉਹ ਭਲਿਆ ਲੋਕਾਂ ਜੇ ਕਿਤੇ ਗੁਰੂ ਗੁਰੂ ਕਰੇ ਨਾ, ਤੇਰਾ ਭਲਾ ਹੋ ਜਾਏ ਤੇ ਸੁਣਨ ਵਾਲਿਆਂ ਦਾ ਵੀ ਹੋ ਜਾਏ। ਤੇ ਜਦੋਂ ਅਸੀਂ ਸਟੇਜ 'ਤੇ ਬਹਿ ਕੇ ਪੁਜਾਰੀ ਪੁਜਾਰੀ ਬ੍ਰਾਹਮਣ ਬ੍ਰਾਹਮਣ ਗਾਈ ਜਾਣਾ, ਭਾਈ ਜੇ ਉਹ ਤੁਹਾਨੂੰ ਕੁਝ ਕਹਿ ਦੇਣ, ਤੁਸੀਂ ਅਗਲੇ ਦੇ ਧਰਮ ਨੂੰ ਬੁਰਾ ਭਲਾ ਬੋਲ ਰਹੇ ਹੋ, ਮਾੜਾ ਕਹਿ ਰਹੇ ਹੋ, ਜੇ ਉਹ ਤੁਹਾਨੂੰ ਮਾੜਾ ਕਹਿੰਦੇ ਫਿਰ ਤੁਹਾਨੂੰ ਤਕਲੀਫ ਹੁੰਦੀ ਹੈ। ਕਿਸੇ ਦੇ ਧਰਮ ਨੂੰ ਬੁਰਾ ਨਾ ਕਹੋ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਨਸਾਨ ਦੀਆਂ ਕਮੀਆਂ ਮੂਹਰੇ ਰੱਖੀਆਂ, ਬੁਰਾ ਨਹੀਂ ਕਿਹਾ ਕਿਸੇ ਨੂੰ। ਨਾ ਮਹਾਰਾਜ ਮੁਸਲਮਾਨ ਨੂੰ ਬੁਰਾ ਕਹਿੰਦੇ, ਨਾ ਹਿੰਦੂ ਨੂੰ ਬੁਰਾ ਕਹਿੰਦੇ ਨੇ। ਉਹਨਾਂ ਦੀਆਂ ਕਮੀਆਂ ਮੂਹਰੇ ਰੱਖਦੇ ਵੀ ਤੁਹਾਡੇ ਵਿੱਚ ਇਹ ਕਮੀਆਂ ਨੇ, ਆਪਣੀਆਂ ਕਮੀਆਂ ਸੁਧਾਰੋ। ਤੁਸੀਂ ਰੱਬ ਦੇ ਸੱਚੇ ਬੰਦੇ ਬਣੋ, ਉਹਦੇ ਭਗਤ ਬਣੋ। ਮਹਾਰਾਜ ਇਹ ਸਮਝਾਉਂਦੇ ਰਹੇ ਤੇ ਅਸਾਂ ਕਿਸੇ ਹੋਰ ਪਾਸੇ ਹੀ ਤੁਰ ਪਏ। ਕਿਸੇ ਨੂੰ ਬੁਰਾ ਸਾਬਤ ਨਹੀਂ ਕਰਨਾ ਚਾਹੀਦਾ, ਖਾਸ ਕਰਕੇ ਧਰਮ ਦੇ ਮਾਮਲੇ ਦੇ ਵਿੱਚ। ਇਸ ਕਰਕੇ ਸਾਧ ਸੰਗਤ ਜੀ, ਜਿੱਥੇ ਬ੍ਰਾਹਮਣਵਾਦ ਦੀ ਗੱਲ ਅਸੀਂ ਕਰਦੇ ਹਾਂ ਨਾ, ਵਿਪਰਵਾਦੀ ਸੋਚ ਕੀ ਹੈ, ਕੱਟੜਵਾਦਤਾ ਦੀ ਸੋਚ ਕੀ ਹੈ? ਧਰਮ ਨੂੰ ਨਿੰਦਣਾ, ਕਿਸੇ ਧਰਮ ਨੂੰ ਨਿੰਦਣਾ, ਤਰਕ ਵਿਤਰਕ ਕਰਨਾ। ਗੁਰਬਾਣੀ ਜਦੋਂ ਪੜ੍ਹੀਏ, ਕਿਆ ਪੜ੍ਹੀਏ ਕਿਆ ਗੁਨੀਆਂ, ਕਿਆ ਵੇਦ ਪੁਰਾਨਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ, ਕਿੰਨੀਆਂ ਉਦਾਹਰਨਾਂ ਆਉਂਦੀਆਂ ਨੇ। ਇਹ ਸੀਗਾ ਵਿਪਰਵਾਦ। ਉਹ ਝਗੜਾ ਕਰਦੇ ਰਹਿੰਦੇ ਸਨ ਆਪਸ ਵਿੱਚ, ਮੇਰੇ ਨਾਲ ਚਰਚਾ ਕਰੋ, ਮੈਂ ਬੜਾ ਵੱਡਾ ਵਿਦਵਾਨ ਹਾਂ, ਮੇਰੇ ਨਾਲ ਚਰਚਾ ਕਰੋ, ਮੇਰੇ ਤੋਂ ਵੱਡਾ ਧਰਮ ਕਿਸੇ ਦਾ ਨਹੀਂ। ਇਹ ਵਿਪਰਵਾਦੀ ਸੋਚ ਸੀ ਉਹਨਾਂ ਦੀ। ਉਹ ਸੋਚ ਅਸੀਂ ਲੈ ਕੇ ਬਹਿ ਗਏ ਹਾਂ। ਖੈਰ, ਕਹਿਣ ਤੋਂ ਭਾਵ ਇਹ ਹੈ ਖਾਲਸਾ ਜੀ, ਮਹਾਰਾਜ ਸਤਿਗੁਰਾਂ ਨੇ ਸਾਨੂੰ ਨਿਆਰਾਪਣ ਦਿੱਤਾ, ਪਰ ਅਸਾਂ ਗਵਾ ਦਿੱਤਾ ਨਿਆਰਾਪਣ। ਅਸੀਂ ਆਪ ਵਿਪਰਵਾਦ ਦੇ ਵਿੱਚ ਚੱਕਰ 'ਚ ਪੈ ਗਏ। ਤੇ ਅਸੀਂ ਜਿਨ੍ਹਾਂ ਨੂੰ ਕਹਿੰਦੇ ਆ ਨਾ ਵੀ ਇਹ ਵਿਪਰਵਾਦ ਧਾਰਨ ਕਰੀ ਬੈਠੇ ਨੇ, ਉਹ ਤਾਂ ਗੁਰੂ ਕਾ ਪੰਥ ਹੈ। ਉਹ ਅੱਜ ਵੀ ਨਿਆਰੇਪਣ ਵਿੱਚ ਹੈ, ਨਾਲੇ ਉਹ ਤੁਹਾਡੀ ਪਰਵਾਹ ਨਹੀਂ ਕਰਦਾ। ਉਹਨਾਂ ਕੁਰਬਾਨੀਆਂ ਦਿੱਤੀਆਂ ਨੇ, ਉਹਨਾਂ ਨੇ ਹੁਣ ਤੱਕ ਜੰਗਾਂ ਲੜੀਆਂ, ਪੰਥ ਵਾਸਤੇ ਜੂਝਦੇ ਰਹੇ, ਪੰਥ ਦੀ ਮਰਿਆਦਾ ਨੂੰ ਸੰਭਾਲ ਕੇ ਬੈਠੇ ਨੇ। ਤੁਹਾਡੇ ਕੋਲੋਂ ਤਾਂ ਆਪਣਾ ਘਰ ਨਹੀਂ ਸੰਭਾਲਿਆ ਜਾਂਦਾ, ਉਹ ਸਾਰਾ ਪੰਥ ਸੰਭਾਲ ਕੇ ਬੈਠੇ ਹੋਏ ਨੇ। ਉਹਨਾਂ ਨੂੰ ਮਾੜਾ ਕਹਿਣ ਤੋਂ ਪਹਿਲਾਂ 100 ਵਾਰੀ ਸੋਚਿਆ ਕਰੋ। ਗੁਰੂ ਸਾਹਿਬ ਜੀ ਨੇ ਸਾਨੂੰ ਬੜੀ ਸੋਹਣੀ ਫੁਲਵਾੜੀ ਦਿੱਤੀ, ਦਮਦਮੀ ਟਕਸਾਲ, ਨਿਹੰਗ ਸਿੰਘ ਜਥੇਬੰਦੀਆਂ। ਫਿਰ ਇਸੇ ਪ੍ਰਕਾਰ ਬਾਬਾ ਸ਼੍ਰੀ ਚੰਦ ਜੀ, ਉਹਨਾਂ ਨੇ ਪੰਥ ਚਲਾਇਆ ਉਦਾਸੀਆਂ ਦਾ, ਸੁਥਰੇ ਸ਼ਾਹੀ ਪੰਥ। ਬਾਬਾ ਸੁਥਰਾ ਸ਼ਾਹ ਜੀ ਹੋਏ ਨਾ, ਉਹਨਾਂ ਦਾ ਵੀ ਪੰਥ ਚੱਲਿਆ ਸੀਗਾ। ਉਹ ਵੀ ਹੈ ਨਾ। ਨਿਰਮਲੇ ਨੇ ਸਾਡੇ ਵਿੱਚ, ਜਿਨ੍ਹਾਂ ਨੂੰ ਮਹਾਰਾਜ ਕਲਗੀਧਰ ਜੀ ਨੇ ਕਾਂਸੀ ਵਿੱਦਿਆ ਪੜ੍ਹਨ ਵਾਸਤੇ ਭੇਜਿਆ। ਉਦਾਸੀ ਵੀ ਨੇ, ਨਿਰਮਲੇ ਵੀ ਨੇ। ਇਹ ਸਾਰੀਆਂ ਜਿਹੜੀਆਂ ਸ਼ਿਖਾਵਾਂ ਗੁਰੂ ਪੰਥ ਦੀਆਂ ਨੇ। ਪਰ ਅਸੀਂ ਕਦੇ ਗੁਰੂ ਪੰਥ ਨੂੰ ਨਿੰਦ ਲਿਆ, ਕਦੇ ਬਾਬਾ ਸ਼੍ਰੀ ਚੰਦ ਨੂੰ ਨਿੰਦ ਲਿਆ, ਤੇ ਅਸੀਂ ਕਦੀ ਨਿਰਮਲਿਆਂ ਨੂੰ ਨਿੰਦ ਲਿਆ, ਕਦੀ ਉਦਾਸੀਆਂ ਨੂੰ ਨਿੰਦ ਲਿਆ। ਬਸ ਇਹੀ ਕੁਛ ਹੀ ਰਹਿ ਗਿਆ ਸਾਡੇ ਕੋਲ। ਮੈਂ ਤੁਹਾਨੂੰ ਇਹ ਤਾਂ ਬੇਨਤੀਆਂ ਕਰ ਰਿਹਾ ਵੀ ਅੱਜ ਦੇ ਸਮੇਂ ਵਿੱਚ ਇਹ ਚੀਜ਼ਾਂ ਚੱਲ ਰਹੀਆਂ ਨੇ, ਇਹਨਾਂ ਤੋਂ ਬਚੋ।
ਗੁਰੂ ਪੰਥ ਦੇ ਪ੍ਰਤੀ ਵਫਾਦਾਰ ਹੋ ਕੇ ਉਹਨਾਂ ਦਾ ਸਤਿਕਾਰ ਕਰੀਏ, ਸਮਝੀਏ ਕਿ ਅਸਲ ਵਿੱਚ ਪੰਥ ਕੀ ਹੈ। ਆ ਤੁਸੀਂ ਇਤਿਹਾਸ ਸੁਣੋਗੇ ਨਾ, ਸਾਰਾ ਇਤਿਹਾਸ ਪੰਥ ਦਾ ਆਇਆ, ਪ੍ਰਾਚੀਨ ਪੰਥ ਪ੍ਰਕਾਸ਼। ਆ ਜਿਹੜੇ ਪੁਜਾਰੀ ਕਰਦੇ ਨਾ ਸਟੇਜਾਂ 'ਤੇ ਬਹਿ ਕੇ, ਸਭ ਭੁੱਲ ਜਾਣਗੇ। ਤੁਹਾਨੂੰ ਨਜ਼ਰ ਆਏਗਾ ਕਿ ਅਸਲੀ ਪੰਥ ਕੌਣ ਹੈ, ਜਿਨ੍ਹਾਂ ਕੁਰਬਾਨੀਆਂ ਹੁਣ ਤੱਕ ਦਿੱਤੀਆਂ ਨੇ। ਖਾਲਸਾ ਜੀ ਐਵੇਂ ਨਹੀਂ, ਸਮੇਂ ਦੇ ਹਾਕਮਾਂ ਨੇ ਇਹਨਾਂ ਸਿੰਘਾਂ ਦੇ ਸਿਰ ਵੱਢ ਕੇ ਲਾਹੌਰ ਦੇ ਵਿੱਚ ਕਿਲੇ ਦੀਆਂ ਕੰਧਾਂ ਬਣਾ ਦਿੱਤੀਆਂ ਸਨ, ਉੱਚੀਆਂ ਕਿਲੇ ਵਾਂਗੂ ਕੰਧਾਂ ਲਾ ਦਿੱਤੀਆਂ ਸਨ ਉਹਨਾਂ ਨੇ। ਤੇ ਭਾਈ ਸੁਬੇਗ ਸਿੰਘ ਹਰਾ ਨੇ ਉਹ ਸਾਰੇ ਸੀਸ ਜਿਹੜੇ ਸਨ ਉਹਨਾਂ ਨੇ ਉਤਰਵਾ ਕੇ ਉਹਨਾਂ ਦਾ ਸੰਸਕਾਰ ਕਰਾਇਆ। ਬੜੀਆਂ ਕੁਰਬਾਨੀਆਂ ਦਿੱਤੀਆਂ ਖਾਲਸੇ ਨੇ। ਤੇ ਅਸੀਂ ਸਟੇਜ 'ਤੇ ਬਹਿ ਕੇ ਬਸ ਪੁਜਾਰੀ ਇਹੀ ਕੁਛ ਕਹਿ ਰਹੇ ਹਨ। ਹੋਰ ਤਾਂ ਸਾਡੇ ਪੱਲੇ ਹੈ ਕੁਝ ਨਹੀਂ, ਵੀ ਪੁਜਾਰੀ ਉਹ ਤੇ ਪੁਜਾਰੀ ਵਾਲਾ ਰੱਬ, ਫਲਾਣਾ ਰੱਬ ਤੇ ਟਮਕਾਣਾ ਰੱਬ, ਇਹੀ ਕੁਛ ਕਹਿ ਰਹੇ ਹਾਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕੋਲ ਬਹਿ ਕੇ ਅਸੀਂ ਗੱਲਾਂ ਹੋਰ ਦੀਆਂ ਕਰੀ ਜਾਂਦੇ ਹਾਂ। ਜੇ ਕਿਤੇ ਆ ਪੁਜਾਰੀ ਵਾਲਾ ਮਸਲਾ ਛੱਡ ਕੇ ਨਾ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਸੱਚੇ ਮਨ ਦੇ ਨਾਲ ਪ੍ਰਚਾਰਨ ਲੱਗੀਏ ਤੇ ਸ਼ਾਇਦ ਗੁਰੂ ਸਾਡੇ ਤੇ ਪ੍ਰਸੰਨ ਹੋ ਜਾਏ। ਖੈਰ, ਮਹਾਰਾਜ ਸਤਿਗੁਰੂ ਕਲਗੀਧਰ ਦਸ਼ਮੇਸ਼ ਪਿਤਾ ਜੀ ਹਜ਼ੂਰੋਂ ਮੁਖੋਂ ਕਈ ਵਾਰ ਬਖਸ਼ਾਈ। ਖਾਲਸਾ ਕਹਿੰਦਾ, ਪਾਤਸ਼ਾਹ ਤੁਸੀਂ ਬੜੀ ਵਾਰੀ ਆਪਣੇ ਮੁਖ ਰਾਹੀਂ ਖਾਲਸੇ ਨੂੰ ਪਾਤਸ਼ਾਹੀ ਬਖਸ਼ੀ। ਜਦੋਂ ਖੁਸ਼ ਹੁੰਦੇ ਸੀ ਤੇ ਖਾਲਸੇ ਨੂੰ ਪਾਤਸ਼ਾਹੀ ਦਾ ਵਰ ਦਿੰਦੇ ਸੀ ਕਿ ਤੁਹਾਡੀ ਪਾਤਸ਼ਾਹੀ ਹੋਵੇਗੀ। ਖਾਲਸੋ ਮਾਰੇ ਤੁਰਕਨ ਤੁਮ ਤਾਣੇ। ਸਤਿਗੁਰੂ ਸੱਚੇ ਪਾਤਸ਼ਾਹ ਤੁਹਾਡੇ ਖਾਲਸੇ ਨੇ ਤਾਣ ਲਾ ਕੇ ਤੁਰਕਾਂ ਨੂੰ ਮਾਰ ਦਿੱਤਾ ਹੈ। ਤੁਰਕ ਗਏ ਹਮ ਦਰਗਾਹ ਹੋ ਜਾਣੇ। ਤੇ ਪਾਤਸ਼ਾਹ ਤੁਹਾਡਾ ਹੁਕਮ ਹੋਇਆ ਸੀ ਨਾ ਵੀ ਤੁਰਕਾਂ ਦੀ ਜੜ ਪੱਟੀ ਗਈ, ਤੇ ਅਸੀਂ ਇਹ ਜਾਣਿਆ ਕਿ ਤੁਹਾਡੇ ਮੁਖ ਰਾਹੀਂ ਬਚਨ ਨਿਕਲਿਆ ਵੀ ਤੁਰਕਾਂ ਦੀ ਜੜ ਪੱਟੀ ਗਈ, ਵੀ ਇਹ ਜਿਹੜਾ ਹੁਕਮ ਦਰਗਾਹ ਤੋਂ ਆ ਗਿਆ, ਇਹ ਤੁਹਾਨੂੰ ਹੁਕਮ ਦਰਗਾਹ ਤੋਂ ਆਇਆ ਤੇ ਤੁਸਾਂ ਨੇ ਇਹ ਹੁਕਮ ਖਾਲਸੇ ਨੂੰ ਸੁਣਾ ਦਿੱਤਾ ਵੀ ਤੁਰਕਾਂ ਦੀ ਜੜ ਪੱਟੀ ਗਈ ਹੈ। ਉਹ ਬੰਦਾ ਪਾਤਸ਼ਾਹੀ ਚਾਹੇ। ਸਤਿਗੁਰੂ ਅੱਜ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਥ ਦਾ ਜਥੇਦਾਰ ਬਣਾ ਕੇ ਤੋਰ ਰਹੇ ਹੋ, ਤੇ ਗੁਰੂ ਸਾਹਿਬ ਜੇ ਸਮਾਂ ਆਵੇਗਾ ਤੇ ਸੁਭਾਵਕ ਜੇ ਖਾਲਸੇ ਨੂੰ ਪਾਤਸ਼ਾਹੀ ਮਿਲ ਗਈ। ਦੇਖੋ ਪਿਛਲਾ ਬਚਨ ਜਿਹੜਾ ਇੱਥੇ ਆ ਕੇ ਸਾਬਤ ਹੋ ਗਿਆ, ਜਿਹੜਾ ਬਚਨ ਹੋਇਆ ਨਾ ਵੀ ਮਹਾਰਾਜ ਨੇ ਖਾਲਸੇ ਨੂੰ ਪਾਤਸ਼ਾਹੀ ਕਈ ਵਾਰੀ ਬਖਸ਼ੀ ਹੈ। ਮਹਾਰਾਜ ਆਉਣ ਵਾਲੇ ਸਮੇਂ ਵਿੱਚ ਅਸੀਂ ਜਾ ਕੇ ਜਦੋਂ ਹਮਲਾ ਕਰਾਂਗੇ, ਤੁਰਕਾਂ ਦਾ ਨਾਸ਼ ਕਰ ਦਿਆਂਗੇ, ਤੇ ਬਾਬਾ ਬੰਦਾ ਸਿੰਘ ਬਹਾਦਰ ਉਦੋਂ ਪਾਤਸ਼ਾਹੀ ਚਾਹੇਗਾ ਵੀ ਮੈਨੂੰ ਪਾਤਸ਼ਾਹੀ ਮਿਲ ਜਾਏ ਪੰਥ ਦੀ। ਤਬ ਹਮ ਇਨਕੇ ਨਾਲ ਨਾ ਰਹੇ। ਸਤਿਗੁਰ ਜੀ ਅਸਾਂ ਇਹ ਬੇਨਤੀ ਕਰਨਾ ਚਾਹੁੰਦੇ ਹਾਂ, ਜੇ ਬੰਦਾ ਸਿੰਘ ਆਪ ਖੁਦ ਪੰਥ ਦਾ ਮੁਖਤਿਆਰ ਬਣਨਾ ਚਾਹੇ, ਗੁਰੂ ਪੰਥ ਦੀ ਬਰਾਬਰੀ ਕਰਨਾ ਚਾਹੇ, ਤੇ ਅਸੀਂ ਇਹਦੇ ਰਾਹ ਨਹੀਂ ਪਾਵਾਂਗੇ ਉਸ ਦਿਨ ਤੋਂ ਬਾਅਦ। ਹੁਣੇ ਆਗਿਆ ਦੇ ਦਿਓ, ਉਸ ਦਿਨ ਅਸੀਂ ਆਪਣਾ ਰਸਤਾ ਬਦਲ ਲਵਾਂਗੇ ਜਿਸ ਦਿਨ ਬੰਦਾ ਸਿੰਘ ਬਹਾਦਰ ਆਪ ਖੁਦ ਪੰਥ ਦਾ ਪਾਤਸ਼ਾਹ ਬਣਨਾ ਚਾਹੇਗਾ। ਸਤਿਗੁਰ ਸੁਨਿਓ ਖੁਸ਼ ਪਏ, ਸੋ ਬੰਦੇ ਕਹਿ ਦੀਨ। ਇਹ ਬਚਨ ਸੁਣ ਕੇ ਮਹਾਰਾਜ ਬੜੇ ਖੁਸ਼ ਹੋਏ। ਜੋ ਪੰਥ ਨੇ ਅਰਦਾਸ ਕੀਤੀ ਮਹਾਰਾਜ ਦੇ ਚਰਨਾਂ ਵਿੱਚ, ਹਜ਼ੂਰ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਹਿ ਦਿੱਤਾ ਹੈ, ਤੂੰ ਨਾ ਮੰਨੇ ਜਬ ਖਾਲਸੈ, ਤਬ ਹੋਵੇਗੀ ਤੁਮਰੀ ਹੀਨ। ਸਤਿਗੁਰੂ ਕਹਿਣ ਲੱਗੇ, ਬੰਦਾ ਸਿੰਘ ਜਿਸ ਦਿਨ ਤੂੰ ਖਾਲਸੇ ਪੰਥ ਦਾ ਹੁਕਮ ਮੰਨਣਾ ਸ਼ੁਰੂ ਕਰ ਦਿੱਤਾ, ਆਪਣੀ ਮਰਜ਼ੀ ਕਰਨੀ ਸ਼ੁਰੂ ਕਰ ਦਿੱਤੀ, ਉਸ ਦਿਨ ਤੋਂ ਤੇਰੀ ਹੀਣਤਾ ਹੋਣੀ ਸ਼ੁਰੂ ਹੋ ਜਾਣੀ ਹੈ। ਉਸ ਦਿਨ ਤੋਂ ਤੇਰਾ ਤੇਜ ਪ੍ਰਤਾਪ ਖਤਮ ਹੋ ਜਾਵੇਗਾ। ਜੋ ਤੂੰ ਸਿੰਘਨ ਕੁਸ਼ ਰਖੈ, ਤੋ ਰਹੈ ਸਦਾ ਤੂੰ ਸੁਖ। ਜੇਕਰ ਤੂੰ ਮੇਰੇ ਖਾਲਸੇ ਨੂੰ, ਗੁਰੂ ਕੇ ਸਿੰਘਾਂ ਨੂੰ ਖੁਸ਼ ਰੱਖੇਗਾ ਤੇ ਗੁਰੂ ਕਾ ਖਾਲਸਾ ਜਿਹੜਾ ਤੇਰੇ ਤੇ ਖੁਸ਼ੀਆਂ ਕਰੇਗਾ ਤੇ ਤੂੰ ਸਦਾ ਸੁੱਖਾਂ ਦੀ ਪ੍ਰਾਪਤੀ ਕਰੇਗਾ। ਜੇ ਤੂੰ ਸਿੰਘਨ ਦੁੱਖ ਦੇਵੇਂ, ਤੋ ਤੂੰ ਪਾਵੇਂ ਦੁੱਖ। ਤੇ ਜੇਕਰ ਤੂੰ ਮੇਰੇ ਸਿੰਘਾਂ ਨੂੰ ਦੁਖੀ ਕਰੇਗਾ ਤੇ ਤੈਨੂੰ ਵੀ ਦੁੱਖ ਦੀ ਪ੍ਰਾਪਤੀ ਹੋਵੇਗੀ। ਫਿਰ ਮੇਰੀ ਖੁਸ਼ੀ ਨਹੀਂ ਹੋਵੇਗੀ ਤੇਰੇ ਉੱਪਰ। ਜੇ ਤੂੰ ਖਾਲਸੇ ਦੇ ਹੁਕਮ ਦੀ ਅਦੂਲੀ ਕਰਨ ਲੱਗ ਜਾਏਗਾ, ਜੇ ਤੂੰ ਆਪਣੀ ਮਰਜ਼ਾਦਾ ਤੋਰ ਲਈ, ਹੋਰ ਰਾਹੇ ਪੈ ਗਿਆ, ਪੰਥ ਨੂੰ ਤਿਆਗ ਦਿੱਤਾ, ਤੇ ਤੇਰਾ ਨਾਸ਼ ਹੋ ਜਾਵੇਗਾ। ਬੰਦੇ ਮਨਜ਼ੂਰ ਸੋ ਕਰੇ। ਇਸ ਤਰ੍ਹਾਂ ਬਾਬਾ ਬੰਦਾ ਸਿੰਘ ਨੇ ਮਹਾਰਾਜ ਦਾ ਹੁਕਮ ਤੇ ਪੰਥ ਦੀ ਜੋ ਸ਼ਰਤ ਸੀ ਉਹ ਮਨਜ਼ੂਰ ਕਰ ਲਈ ਹੈ। ਤੁਰਿਓ ਖਾਲਸਾ ਹੈ ਉਸ ਹੀ ਘਰੇ। ਸਤਿਗੁਰਾਂ ਦਾ ਹੁਕਮ ਪ੍ਰਾਪਤ ਕਰਕੇ ਉਸੇ ਸਮੇਂ ਗੁਰੂ ਕੇ ਖਾਲਸੇ ਨੇ ਪੰਜਾਬ ਨੂੰ ਚਾਲੇ ਪਾ ਦਿੱਤੇ। ਚਿੱਟੇ ਹਜ਼ੂਰੇ ਲਏ ਲਿਖਾਏ। ਖਾਲਸੇ ਨੇ ਸਤਿਗੁਰਾਂ ਦੀ ਹਜ਼ੂਰੀ ਵਿੱਚੋਂ ਚਿੱਠੀਆਂ ਲਿਖਵਾ ਲਈਆਂ, ਹੁਕਮਨਾਮੇ ਲਿਖਵਾ ਲਏ। ਮੱਧ ਪੰਜਾਬ ਜੋ ਸਿੰਘ ਰਹਾਏ। ਤੇ
ਪੰਜਾਬ ਦੇ ਵਿੱਚ ਜਿਹੜੇ ਸਿੰਘ ਰਹਿੰਦੇ ਸਨ ਉਹਨਾਂ ਨੂੰ ਚਿੱਠੀਆਂ ਭੇਜ ਦਿੱਤੀਆਂ। ਗੁਰੂ ਸਾਹਿਬ ਦਾ ਹੁਕਮਨਾਮਾ ਸੀ ਕਿ ਜਦੋਂ ਵੀ ਤੁਹਾਨੂੰ ਹੁਕਮਨਾਮਾ ਮਿਲੇ ਤੇ ਵਹੀਰਾਂ ਘੱਤ ਕੇ ਬੰਦਾ ਸਿੰਘ ਬਹਾਦਰ ਨੂੰ ਆ ਮਿਲੋ। ਦੋਹਰਾ ਜੋ ਆਏ ਮਿਲੈ ਖਾਲਸੈ ਉਹ ਸੁਖ ਸਾਰਾ ਲੇਹ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਜੀ ਦਾ ਹੁਕਮ ਸੀ ਕਿ ਜਿਹੜਾ ਵੀ ਆ ਕੇ ਮੇਰੇ ਖਾਲਸੇ ਨੂੰ ਮਿਲੇਗਾ ਉਹ ਭਾਈ ਸੁੱਖਾਂ ਦੀ ਪ੍ਰਾਪਤੀ ਕਰੇਗਾ। ਜੋ ਆਏ ਰਲੇ ਨਾ ਖਾਲਸੇ ਰਹਿਤ ਤਿਸੇ ਬਣੇ ਹੋ। ਜਿਹੜਾ ਖਾਲਸੇ ਦੇ ਵਿੱਚ ਨਹੀਂ ਰਲੇਗਾ ਉਹਨੂੰ ਆਪਣੀ ਰਈਅਤ ਬਣਾ ਲੈਣਾ। ਇਸ ਗੱਲ ਨੂੰ ਸਮਝਿਓ, ਜਿਹੜਾ ਖਾਲਸੇ ਵਿੱਚ ਰਲ ਗਿਆ ਉਹ ਪਾਤਸ਼ਾਹ ਬਣ ਗਿਆ। ਹੁਕਮ ਹੋਇਆ ਨਾ ਵੀ ਜਿਹੜਾ ਖਾਲਸੇ ਵਿੱਚ ਆ ਕੇ ਰਲ ਜਾਏ ਉਹਨੂੰ ਖਾਲਸਾ ਬਣਾ ਲੈਣਾ। ਖਾਲਸੇ ਨੂੰ ਖੁਦ ਮੁਖਤਿਆਰ ਬਣਾਇਆ ਮਹਾਰਾਜ ਨੇ। ਜਿਹੜਾ ਖਾਲਸੇ ਵਿੱਚ ਆ ਕੇ ਰਲ ਗਿਆ ਉਹਨੂੰ ਪਾਤਸ਼ਾਹ ਬਣਾ ਲੈਣਾ। ਤੇ ਪਾਤਸ਼ਾਹ ਕਹਿੰਦੇ ਨੇ ਵੀ ਰਈਅਤ ਤਿਸਾ ਬਣੇ ਹੋ, ਜਿਹੜਾ ਖਾਲਸੇ ਵਿੱਚ ਨਾ ਰਲੇ ਆਕੀ ਹੋ ਜਾਏ ਉਹਨੂੰ ਆਪਣੀ ਰਈਅਤ, ਉਹਨੂੰ ਆਪਣੀ ਪ੍ਰਜਾ ਬਣਾ ਲੈਣਾ। ਉਹਦੇ ਉੱਤੇ ਤੁਹਾਡਾ ਫਿਰ ਹੁਕਮ ਚੱਲੇਗਾ। ਰਾਜ ਕਰੇਗਾ ਖਾਲਸਾ ਆਕੀ ਰਹਿ ਨਾ ਕੋਏ, ਖੁਆਰ ਹੋਏ ਸਭ ਮਿਲਣਗੇ ਬਚੇ ਸ਼ਰਨ ਜੋ ਹੋਏ। ਬਚੇਗਾ ਕਿਹੜਾ? ਜਿਹੜਾ ਖਾਲਸੇ ਦੀ ਸ਼ਰਨ ਦੇ ਵਿੱਚ ਭਾਈ ਆ ਜਾਵੇਗਾ। ਸਿੰਘ ਬਹਾਦਰ ਜਿਵੇਂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨਗੇ। ਆਪਾਂ ਪ੍ਰਸੰਗ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਗੁਰ ਇਤਿਹਾਸ ਦੀ ਵਿਚਾਰ ਕਰਦੇ ਹਾਂ। ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ। ਅਣਜਾਣ ਸੇਵਕ ਜਾਣ ਕੇ ਖਿਮਾ ਕਰਨੀ ਜੀ ਹੈ।